किंग सोलोमन का मंदिर असीं बनया देखिया। आओ असीं थोड़ी देर रुकांगे और अज हुण थोड़ा समा असीं नवे नियम दे विच थोड़ी देर जावांगे। इस तो पहला असीं अगे वधीए। मेरे नाल पहला कुरिन्थस एक्चुअली दूसरा कुरिन्थस दे विच मच बेटर। दूसरा कुरिन्थस उसका 6वां पाठ। पेज है पास्टर जी। और ਉਹਦੀ 14 ਆਇਤ ਤੋਂ ਲੈ ਕੇ ਅਸੀਂ 7ਵੇਂ ਭਾਵ ਦੀ ਪਹਿਲੀ ਆਇਤ ਤੱਕ ਪੜਾਂਗੇ ਜਿਸ ਨੂੰ ਮਿਲ ਜਾਏ। मैं पढ़ दिया पास्टर जी। ਹਾਂਜੀ 326 ਸਫਾ ਨਵੇਂ ਨੇਮ ਦਾ। ਅਸੀਂ ਜਿਉਂਦੇ ਪਰਮੇਸ਼ਰ ਦੇ ਮੰਦਰ ਹਾਂ। ਤੁਸੀਂ ਵਿਸ਼ਵਾਸੀਆਂ ਦੀ ਤਰ੍ਹਾਂ ਬਣਨ ਦੀ ਕੋਸ਼ਿਸ਼ ਅਵਿਸ਼ਵਾਸੀਆਂ ਦੀ ਤਰ੍ਹਾਂ ਬਣਨ ਦੀ ਕੋਸ਼ਿਸ਼ ਨਾ ਕਰੋ। ਧਰਮ ਦਾ ਅਧਰਮ ਨਾਲ ਕੀ ਸੰਬੰਧ ਹੈ? ਚਾਨਣ ਦਾ ਹਨੇਰੇ ਨਾਲ ਕੀ ਰਿਸ਼ਤਾ ਹੈ? ਕਿ ਮਸੀਹ ਅਤੇ ਸ਼ੈਤਾਨ ਦਾ ਆਪੋ ਵਿੱਚ ਕੋਈ ਸੰਬੰਧ ਹੋ ਸਕਦਾ ਹੈ? ਕਿ ਇੱਕ ਵਿਸ਼ਵਾਸੀ ਅਤੇ ਅਵਿਸ਼ਵਾਸੀ ਇਕੱਠੇ ਰਹਿ ਸਕਦੇ ਹਨ? ਪਰਮੇਸ਼ਰ ਦੇ ਮੰਦਰ ਅਤੇ ਮੂਰਤੀਆਂ ਵਿੱਚ ਕੀ ਸਾਂਝ ਹੋ ਸਕਦੀ ਹੈ? ਕਿਉਂਕਿ ਅਸੀਂ ਜਿਉਂਦੇ ਪਰਮੇਸ਼ਰ ਦੇ ਮੰਦਰ ਹਾਂ। ਇਸ ਵਾਰੀ ਪਰਮੇਸ਼ਰ ਕਹਿੰਦਾ ਹੈ, ਮੈਂ ਆਪਣੇ ਲੋਕਾਂ ਵਿੱਚ ਰਹਾਂਗਾ, ਮੈਂ ਉਹਨਾਂ ਦਾ ਸਾਥ ਦੇਵਾਂਗਾ, ਮੈਂ ਉਹਨਾਂ ਦਾ ਪਰਮੇਸ਼ਰ ਠਹਿਰਾਂਗਾ, ਉਹ ਮੇਰੇ ਲੋਕ ਹੋਣਗੇ। ਇਸੇ ਲਈ ਪ੍ਰਭੂ ਦੀ ਆਗਿਆ ਹੈ, ਤੁਸੀਂ ਉਹਨਾਂ ਦੇ ਵਿੱਚੋਂ ਬਾਹਰ ਆ ਜਾਵੋ, ਤੁਸੀਂ ਉਹਨਾਂ ਤੋਂ ਵੱਖ ਹੋ ਜਾਵੋ, ਤੁਸੀਂ ਕਿਸੇ ਅਸ਼ੁੱਧ ਚੀਜ਼ ਨੂੰ ਨਾ ਛੂਹੋ, ਮੈਂ ਤੁਹਾਡਾ ਸਵਾਗਤ ਕਰਾਂਗਾ। ਅੱਗੇ ਸ਼ਕਤੀਵਾਨ ਪ੍ਰਭੂ ਕਹਿੰਦਾ ਹੈ, ਮੈਂ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੀ ਸੰਤਾਨ ਹੋਵੋਗੇ। ਹੇ ਮੇਰੇ ਪਿਆਰੇ ਮਿੱਤਰੋ, ਇਹ ਸਭ ਪ੍ਰਤਿਗਿਆਵਾਂ ਸਾਡੇ ਨਾਲ ਹੀ ਕੀਤੀਆਂ ਗਈਆਂ ਹਨ। ਇਸ ਲਈ ਸਾਨੂੰ ਆਪਣੇ ਸਰੀਰ ਅਤੇ ਆਤਮਾ ਨੂੰ ਹਰ ਤਰ੍ਹਾਂ ਦੀ ਗੰਦਗੀ ਤੋਂ ਸਾਫ਼ ਕਰਨਾ ਚਾਹੀਦਾ ਹੈ। ਸਾਨੂੰ ਪਰਮੇਸ਼ਰ ਦਾ ਡਰ ਮੰਨਦੇ ਹੋਏ ਪੂਰਨ ਪਵਿੱਤਰ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਮੇਨ। ਪ੍ਰਭੂ ਦਾ ਜਿਸ ਵੇਲੇ ਅਸੀਂ ਇਹ ਵਚਨ ਦੇਖਦੇ ਹਾਂ, ਇਹ ਮੋਸਟਲੀ ਅਸੀਂ ਜਿਹੜਾ ਹੈਗਾ ਇਹਨੂੰ ਸ਼ਾਦੀ ਵਿਆਹਾਂ ਦੇ ਲਈ ਯੂਜ਼ ਕਰਦੇ ਹਾਂ। ਜਿਸ ਵੇਲੇ ਕੋਈ ਬੱਚਾ ਬੱਚੀ ਕਾਉਂਸਲਿੰਗ ਦੇ ਲਈ ਆਉਂਦਾ ਤੇ ਅਸੀਂ ਕਹਿੰਦੇ ਉਹਨੂੰ ਇਹ ਦੱਸਦੇ ਹਾਂ ਕਿ ਦੇਖ ਇਹ ਜਿਹੜਾ ਹਿੱਸਾ ਆ ਪ੍ਰਭੂ ਦਾ ਸਾਨੂੰ ਦੱਸਦਾ ਕਿ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸਾਨੂੰ ਪ੍ਰਭੂ ਦਾ ਬੰਦਾ ਜਾਂ ਪ੍ਰਭੂ ਦੀ ਬੰਦੀ ਆਪਣੀ ਜ਼ਿੰਦਗੀ ਲਈ ਲੱਭਣੀ ਚਾਹੀਦੀ ਹੈ। which is good। लेकिन अगर ਅਸੀਂ ਇਸ ਦਾ ਪੂਰਾ ਪਰਪਸ ਦੇਖੀਏ ਤਾਂ 7ਵੇਂ ਭਾਵ ਦੀ ਪਹਿਲੀ ਆਇਤ ਦੇ ਵਿੱਚ ਜਾ ਕੇ ਸਾਨੂੰ ਮਿਲਦਾ ਪਰਮੇਸ਼ਰ ਦੇ ਮੰਦਰ। ਤੁਸੀਂ ਪਰਮੇਸ਼ਰ ਦੇ ਮੰਦਰ ਹੋ। ਔਰ ਜਿਹੜੀ ਇਸ ਦੇ ਵਿੱਚ ਜਿਹੜੀ ਮੇਨ ਚੀਜ਼ ਆ, ਕਹਿੰਦਾ ਪਰਮੇਸ਼ਰ ਦੇ ਮੰਦਰ ਅਤੇ ਮੂਰਤੀਆਂ ਦੇ ਵਿੱਚ ਕੀ ਸਾਂਝ ਹੋ ਸਕਦੀ ਹੈ? ਕਿਉਂਕਿ ਅਸੀਂ ਜਿਉਂਦੇ ਪਰਮੇਸ਼ਰ ਦੇ ਮੰਦਰ ਹਾਂ। ਇਸ ਬਾਰੇ ਉਹ ਕਹਿੰਦਾ ਹੈ, ਮੈਂ ਆਪਣੇ ਲੋਕਾਂ ਦੇ ਵਿੱਚ ਰਹਾਂਗਾ, ਮੈਂ ਉਹਨਾਂ ਦਾ ਸਾਥ ਦੇਵਾਂਗਾ, ਮੈਂ ਉਹਨਾਂ ਦਾ ਪਰਮੇਸ਼ਰ ਠਹਿਰਾਂਗਾ ਅਤੇ ਉਹ ਮੇਰੇ ਲੋਕ ਹੋਣਗੇ। ਇਹ ਜਿਉਂਦਾ ਪਰਮੇਸ਼ਰ ਠਹਿਰਿਆ। ਅਗਲੀ ਚੀਜ਼, ਤੁਸੀਂ ਉਹਨਾਂ ਵਿੱਚੋਂ ਬਾਹਰ ਆ ਜਾਵੋ, ਤੁਸੀਂ ਉਹਨਾਂ ਤੋਂ ਵੱਖ ਹੋ ਜਾਵੋ, ਤੁਸੀਂ ਕਿਸੇ ਅਸ਼ੁੱਧ ਚੀਜ਼ ਨੂੰ ਨਾ ਛੂਹੋ, ਮੈਂ ਤੁਹਾਡਾ ਸਵਾਗਤ ਕਰਾਂਗਾ। ਅੱਗੇ ਸ਼ਕਤੀਮਾਨ ਪਰਮੇਸ਼ਰ ਕਹਿੰਦਾ ਹੈ, ਮੈਂ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੀ ਸੰਤਾਨ ਹੋਵੋਗੇ। ਔਰ ਹੁਕਮ ਜਿਹੜਾ ਆ ਉਹ ਹੁਣ ਆਇਆ, ਹੁਕਮ ਆ ਜਿਹੜਾ ਉਹ ਹੁਣ ਆਇਆ, ਜਿਹੜਾ ਉਸਨੇ ਕਿਹਾ, ਕਹਿੰਦਾ ਹੇ ਮੇਰੇ ਪਿਆਰੇ ਮਿੱਤਰੋ, ਇਹ ਸਭ ਪ੍ਰਤਿਗਿਆਵਾਂ ਸਾਡੇ ਨਾਲ ਹੀ ਕੀਤੀਆਂ ਗਈਆਂ ਹਨ। ਇਸ ਲਈ ਸਾਨੂੰ ਆਪਣੇ ਸਰੀਰ ਅਤੇ ਆਤਮਾ ਨੂੰ ਹਰ ਤਰ੍ਹਾਂ ਦੀ ਗੰਦਗੀ ਤੋਂ ਸਾਫ਼ ਕਰਨਾ ਚਾਹੀਦਾ ਹੈ। ਸਾਨੂੰ ਪਰਮੇਸ਼ਰ ਦੇ ਡਰ ਮੰਨਦੇ ਹੋਏ ਪੂਰਨ ਪਵਿੱਤਰ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਕਿ ਅਸੀਂ ਮੂਵੀ ਦੇ ਵਿੱਚ ਦੇਖਿਆ, ਪ੍ਰਭੂ ਦਾ ਮੰਦਰ ਬਣਿਆ, ਇਨਸਾਨ ਦੇ ਹੱਥਾਂ ਨੇ ਬਣਾਇਆ, ਇਨਸਾਨ ਦੇ ਹੱਥਾਂ ਨੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲਾਈਆਂ, ਪਰ ਪ੍ਰਭੂ ਦੀ ਉਹ ਚਾਹਤ ਨਹੀਂ ਸੀ। ਪ੍ਰਭੂ ਉਦਾਂ ਦੇ ਮੰਦਰ ਨਹੀਂ ਸੀ ਮੰਗਦਾ, ਉਦਾਂ ਦੀ ਸੁੰਦਰਤਾ ਮੰਗਦਾ, ਪਰ ਉਦਾਂ ਦੇ ਹੱਥਾਂ ਦੇ ਬਣਾਏ ਮੰਦਰ ਨਹੀਂ ਉਹ ਮੰਗਦਾ। ਉਸਨੇ ਤਾਂ ਆਪਣੇ ਲਈ ਮਿੱਟੀ ਦੇ ਭੜੋਲੇ ਬਣਾਏ ਆ,
ਜਿਸ ਦੇ ਵਿੱਚ ਆ ਕੇ ਉਹ ਰਹਿੰਦਾ। ਔਰ ਇਹਨਾਂ ਨੂੰ ਉਹ ਕਹਿੰਦਾ ਕਿ ਤੁਸੀਂ ਇਹਨਾਂ ਨੂੰ ਅੰਦਰੋਂ ਸਾਫ਼ ਰੱਖੋ। ਆਪਣੀ ਆਤਮਾ, ਆਪਣਾ ਸਰੀਰ, ਆਪਣਾ ਮਨ। ਬੁਰਾਈ ਹਮੇਸ਼ਾ ਸੋਚ ਤੋਂ ਸ਼ੁਰੂ ਹੁੰਦੀ ਹੈ। ਸੋਚ ਤੋਂ ਹੀ ਉਸਦੀ ਕੰਡੀ ਨਾ ਦਿਓ, ਉਹਨੂੰ ਐਕਸ਼ਨ ਤੱਕ ਨਾ ਜਾਣ ਦਿਓ, ਕਿਉਂਕਿ ਸੋਚ ਤੋਂ ਬਾਅਦ ਵਿਉਂਤ ਆਉਂਦੀ ਹੈ, ਵਿਉਂਤ ਤੋਂ ਬਾਅਦ ਐਕਸ਼ਨ ਆਉਂਦਾ। ਸੋਚ ਤੋਂ ਹੀ ਉਸਨੂੰ ਨਾਪ ਦਿਓ। ਜਿਹੜੀ ਉਸਨੇ ਕਿਹਾ ਨਾ, ਕੋਸ਼ਿਸ਼ ਦਾ ਮਤਲਬ ਇਹ ਨਹੀਂ ਹੈਗਾ ਕਿ ਸਾਨੂੰ ਸਾਰੇ ਹੀ ਪਾਪੀ ਆ ਤੇ ਸਾਰੇ ਹੀ ਪਾਪ ਕਰਦੇ, ਮੈਂ ਪੂਰੀ ਕੋਸ਼ਿਸ਼ ਕਰਦਾ, ਨਹੀਂ, ਇਹ ਨਹੀਂ ਉਹ ਕਹਿੰਦਾ। ਪ੍ਰਭੂ ਦਾ ਵਚਨ ਇਹ ਕਹਿ ਰਿਹਾ ਕਿ ਜਿਹੜੀ ਬੁਰਾਈ ਆ ਉਹ ਸੋਚ ਤੋਂ ਸ਼ੁਰੂ ਹੁੰਦੀ ਹੈ, ਫਿਰ ਵਿਉਂਤ ਬਣਦੀ ਹੈ, ਫਿਰ ਐਕਸ਼ਨ ਹੁੰਦਾ। ਉਹਨੂੰ ਸੋਚ ਤੋਂ ਹੀ ਫੜ ਲਓ। ਸੋਚ ਤੋਂ ਹੀ, ਸੋਚ ਨੂੰ ਹੀ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦਿਓ ਕਿ ਦੇਖ ਪ੍ਰਭੂ ਮੈਂ ਕੀ ਸੋਚਦਾ, ਦੇਖ ਮੈਨੂੰ ਕਿੰਨੀ ਗੰਦੀ ਮੇਰੇ ਅੰਦਰ ਸੋਚ ਆਈ। ਜੇ ਦਾਊਦ ਉਸ ਕੋਠੇ ਦੇ ਉੱਤੇ ਜਿਸ ਵੇਲੇ ਉਸਨੇ ਬੈਤਸ਼ੇਬਾ ਦੇ ਵੱਲ ਦੇਖਿਆ, ਤਾਂ ਉਸ ਵੇਲੇ ਉਹ ਸੋਚ ਨੂੰ ਹੀ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦਿੰਦਾ ਤਾਂ ਉਸਨੂੰ ਕਦੀ ਇੰਨੀਆਂ ਵਿਉਂਤਾਂ ਨਾ ਬਣਾਉਣੀਆਂ ਪੈਂਦੀਆਂ, ਕਦੀ ਆਪਣੇ ਪਾਪ ਨੂੰ ਰਗ ਦੇ ਥੱਲੇ ਨਾ ਕਰਨਾ ਪੈਂਦਾ, ਕਦੀ ਉਸਨੂੰ ਆਪਣੇ ਪੁੱਤਰਾਂ ਦੀਆਂ ਅਰਥੀਆਂ ਨਾ ਚੱਲਣੀਆਂ ਪੈਂਦੀਆਂ। ਲੇਕਿਨ ਪ੍ਰਭੂ ਦਾ ਬਹੁਤ ਸ਼ੁਕਰ ਆ ਕਿ ਉਸ ਤੋਂ ਬਾਅਦ ਉਸਨੇ ਇੱਕ ਚੀਜ਼ ਮੋਰੇ ਰੱਖੀ। ਉਹਦੇ ਫਿਰ ਉਸ ਤੋਂ ਬਾਅਦ ਜਿਹੜੇ ਜ਼ਬੂਰ ਸੀ ਉਹ ਬਦਲ ਗਏ। ਉਸ ਤੋਂ ਬਾਅਦ ਉਸਨੇ ਹਮੇਸ਼ਾ ਆਪਣੇ ਪਾਪ ਨੂੰ ਮੰਨਿਆ। ਉਸਨੇ ਆਪਣੇ ਵਿਚਾਰਾਂ ਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਉਹ ਮੰਨਦਾ ਪਿਆ। ਕੀ ਉਹ ਕਰਦਾ ਪਿਆ? ਉਸਨੂੰ ਉਹ ਕੋਠਾ ਚੇਤੇ, ਜਿੱਥੇ ਛੱਤ ਚੇਤੇ ਜਿੱਥੇ ਉਹ ਖੜਾ ਸੀ, ਉਸਨੂੰ ਪਤਾ, ਉੱਥੋਂ ਸਮਝ ਆ ਗਈ ਸੀ ਪ੍ਰਭੂ ਦੇ ਕਿ ਕਿਸ ਵੇਲੇ ਮੈਂ ਇਸਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਲੈ ਕੇ ਜਾਣਾ, ਕਿਸ ਵੇਲੇ ਇਸਨੂੰ ਮੈਂ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦੇਣਾ। ਉਹਨੂੰ ਇਸ ਚੀਜ਼ ਦੀ ਸਮਝ ਆ ਗਈ। ਅਸੀਂ ਇਹੋ ਹੀ ਉਸਦੀ ਬਰਕਤ ਸੀ, ਇਹੋ ਹੀ ਬਰਕਤ ਸੀ। ਸੋ ਆਓ ਵਾਪਸ ਚੱਲੀਏ। ਮੈਂ ਤੁਹਾਨੂੰ ਕਿਹਾ ਸੀ ਕਿ ਅਸੀਂ ਪਹਿਲਾਂ ਇਸ ਦਾ ਦੇਖਾਂਗੇ, ਐਪਲੀਕੇਸ਼ਨ ਦੇਖਾਂਗੇ, ਲੇਕਿਨ ਆਓ ਹੁਣ ਅਸੀਂ ਦੇਖੀਏ ਕਿ ਇਤਿਹਾਸ ਦੇ ਵਿੱਚ ਕੀ ਹੋ ਰਿਹਾ। ਪ੍ਰਭੂ ਦਾ ਸਾਜੋ ਸਮਾਨ ਸਾਰਾ ਜਿਹੜਾ ਈਵਨ ਜਿਹੜਾ ਉਹਨਾਂ ਕੋਲ ਤੰਬੂ ਦੇ ਵਿੱਚ ਵੀ ਸੀਗਾ ਉਹ ਵੀ ਲਿਆ ਕੇ ਉਹਨਾਂ ਨੇ ਮੰਦਿਰ ਦੇ ਖਜ਼ਾਨਿਆਂ ਦੇ ਵਿੱਚ ਰੱਖ ਦਿੱਤਾ। ਈਵਨ ਦੋ ਉੱਥੇ ਉਹਨਾਂ ਕੋਲ ਸਿਰਫ ਇੱਕ ਸ਼ਮਾਦਾਨ ਸੀਗਾ, ਹੁਣ ਸੁਲੇਮਾਨ ਨੇ 10 ਸੋਨੇ ਦੇ ਸ਼ਮਾਦਾਨ ਬਣਾ ਕੇ ਰੱਖੇ ਆ। ਦਾਊਦ ਦੇ ਡਿਜ਼ਾਈਨ ਦੇ ਅਨੁਸਾਰ 10 ਹੋਣੇ ਚਾਹੀਦੇ ਆ। ਪਹਿਲਾਂ ਜਿਹੜਾ ਸੀਗੇ ਉਹਨਾਂ ਦੇ ਲੱਕੜੀ ਦੀਆਂ ਚੀਜ਼ਾਂ ਸੀਗੀਆਂ, ਉਹਨਾਂ ਦੇ ਉੱਤੇ ਸੋਨਾ ਲਾਇਆ ਗਿਆ ਸੀ। ਹੁਣ ਉਹਨਾਂ ਚੀਜ਼ਾਂ ਨੂੰ ਉਸਨੇ ਪੂਰੀ ਤਰ੍ਹਾਂ ਸੋਨੇ ਦੀਆਂ ਬਣਾ ਦਿੱਤਾ। 1,45,000 ਕਿਲੋ ਸੋਨਾ ਉਸ ਮੰਦਿਰ ਦੇ ਵਿੱਚ ਲਾਇਆ ਗਿਆ ਸੀ ਤੇ ਬਾਕੀ ਕਿਸੇ ਚੀਜ਼ਾਂ ਦਾ ਹਿਸਾਬ ਨਹੀਂ ਰੱਖਿਆ ਗਿਆ ਸੀ। ਔਰ ਹਰ ਚੀਜ਼ ਦੇ ਉੱਤੇ ਪ੍ਰਭੂ ਦੀ ਉਹਨਾਂ ਨੇ ਕਾਰਗਰੀ ਕੀਤੀ ਸੀ। ਉਹਦੀ ਸੁੰਦਰਤਾ ਨੂੰ ਦੇਖਣ ਦੇ ਲਈ ਲੋਕ ਦੂਰੋਂ ਦੂਰੋਂ ਆਉਂਦੇ ਸੀ। ਕਾਸ਼ ਸਾਡੇ ਅੰਦਰ ਦੀ ਸੁੰਦਰਤਾ ਨੂੰ ਦੇਖਣ ਦੇ ਲਈ, ਮੇਰੇ ਸ਼ਬਦਾਂ ਦੀ ਸੁੰਦਰਤਾ ਨੂੰ ਵੀ ਦੇਖਣਾ। ਪ੍ਰਭੂ ਸਾਨੂੰ ਇਸ ਦੇ ਯੋਗ ਬਣਾਏ। ਇਸ ਦੇ ਲਈ ਉਸਨੇ ਸਾਨੂੰ ਚੁਣਿਆ, ਇਸ ਦੇ ਲਈ ਸਾਨੂੰ ਉਸਨੇ ਚੁਣਿਆ ਔਰ ਵੱਖਰੇ ਕੀਤਾ। ਆਓ ਥੋੜੇ ਜਿਹੇ ਜ਼ਬੂਰ ਦੇਖਦੇ ਹਾਂ ਜਿਹੜੇ ਗਾਏ ਗਏ ਆ ਇਸ ਸਮੇਂ ਦੇ ਵਿੱਚ। ਸਾਮ 118 ਜਿਸ ਨੂੰ ਮਿਲ ਜਾਏ, ਸਾਮ 115 ਪੰਨਾ ਜ਼ਰੂਰ ਦੱਸ ਦਿਓ ਪਲੀਜ਼। ਸਾਮ 134, 135, 136 ਇਹ ਅਸੀਂ ਦੇਖਾਂਗੇ। 940 ਪੰਨਾ 118 ਆਸਾਮ। ਧੰਨਵਾਦ ਦੀ ਪ੍ਰਾਰਥਨਾ। ਪ੍ਰਭੂ ਭਲਾ ਹੈ, ਉਸ ਦਾ ਧੰਨਵਾਦ ਕਰੋ।
ਉਸ ਦੀ ਦਇਆ ਸਦੀਪਕ ਹੈ। ਇਸਰਾਏਲੀ ਲੋਕ ਕਹਿਣ, ਉਸ ਦੀ ਦਇਆ ਸਦੀਪਕ ਹੈ। ਹਾਰੂਨ ਦਾ ਵੰਸ਼ ਕਹੇ, ਉਸ ਦੀ ਦਇਆ ਸਦੀਪਕ ਹੈ। ਪ੍ਰਭੂ ਤੋਂ ਡਰਨ ਵਾਲੇ ਕਹਿਣ, ਉਸ ਦੀ ਦਇਆ ਸਦੀਪਕ ਹੈ। ਆਪਣੇ ਦੁੱਖ ਦੇ ਸਮੇਂ ਮੈਂ ਪ੍ਰਭੂ ਨੂੰ ਪੁਕਾਰਿਆ ਤਾਂ ਉਸਨੇ ਮੈਨੂੰ ਉੱਤਰ ਦੇ ਕੇ ਛੁਡਾਇਆ। ਪ੍ਰਭੂ ਮੇਰੇ ਨਾਲ ਹੈ, ਮੈਂ ਕਿਸੇ ਤੋਂ ਨਹੀਂ ਡਰਾਂਗਾ। ਆਦਮੀ ਮੇਰਾ ਕੀ ਵਿਗਾੜ ਸਕਦੇ ਹਨ? ਪ੍ਰਭੂ ਮੇਰੀ ਮਦਦ ਲਈ ਮੇਰੇ ਨਾਲ ਹੈ। ਮੈਂ ਆਪਣੇ ਘਿਰਨਾ ਕਰਨ ਵਾਲਿਆਂ ਨੂੰ ਹਾਰਦੇ ਦੇਖਾਂਗਾ। ਮਨੁੱਖਾਂ ਤੇ ਭਰੋਸਾ ਕਰਨ ਨਾਲੋਂ ਪ੍ਰਭੂ ਦੀ ਸ਼ਰਨ ਵਿੱਚ ਰਹਿਣਾ ਚੰਗਾ ਹੈ। ਮਨੁੱਖੀ ਆਗੂਆਂ ਤੇ ਭਰੋਸਾ ਰੱਖਣ ਨਾਲੋਂ ਪ੍ਰਭੂ ਦੀ ਸ਼ਰਨ ਵਿੱਚ ਰਹਿਣਾ ਚੰਗਾ ਹੈ। ਸਭ ਲੋਕਾਂ ਨੇ ਮਿਲ ਕੇ ਮੈਨੂੰ ਘੇਰ ਲਿਆ। ਉਹਨਾਂ ਨੇ ਮੈਨੂੰ ਚਾਰਾਂ ਪਾਸਿਆਂ ਤੋਂ ਘੇਰ ਲਿਆ, ਪਰ ਮੈਂ ਉਹਨਾਂ ਨੂੰ ਪ੍ਰਭੂ ਦੀ ਸ਼ਕਤੀ ਨਾਲ ਹਰਾ ਦਿੱਤਾ। ਉਹਨਾਂ ਨੇ ਮੈਨੂੰ ਸ਼ਹਿਦ ਦੀਆਂ ਮੱਖੀਆਂ ਦੀ ਤਰ੍ਹਾਂ ਘੇਰ ਲਿਆ, ਅਤੇ ਜਿਸ ਤਰ੍ਹਾਂ ਛਾਪੇ ਅੱਗ ਨਾਲ ਭਸਮ ਹੁੰਦੇ ਹਨ, ਉਸੇ ਤਰ੍ਹਾਂ ਉਹਨਾਂ ਮੈਨੂੰ ਭਸਮ ਕਰਨਾ ਚਾਹਿਆ, ਪਰ ਮੈਂ ਉਹਨਾਂ ਨੂੰ ਪ੍ਰਭੂ ਦੀ ਸ਼ਕਤੀ ਨਾਲ ਹਰਾ ਦਿੱਤਾ। ਉਹਨਾਂ ਮਿਲ ਕੇ ਮੇਰੇ ਤੇ ਭਿਅੰਕਰ ਹੱਲਾ ਕੀਤਾ, ਪਰ ਪ੍ਰਭੂ ਨੇ ਮੇਰੀ ਮਦਦ ਕੀਤੀ। ਪ੍ਰਭੂ ਮੇਰੀ ਸ਼ਕਤੀ ਅਤੇ ਮਹਿਮਾ ਹੈ, ਅਤੇ ਉਹ ਮੇਰੀ ਮੁਕਤੀ ਹੈ। ਭਲਿਆਂ ਦੇ ਡੇਰਿਆਂ ਵਿੱਚ ਇਹ ਸ਼ਬਦ ਸੁਣਾਈ ਦਿੰਦਾ ਹੈ, ਪ੍ਰਭੂ ਦੀ ਮਹਾਸ਼ਕਤੀ ਨੇ ਇਹ ਸਭ ਕੀਤਾ ਹੈ। ਪ੍ਰਭੂ ਦਾ ਸੱਜਾ ਹੱਥ ਉੱਚਾ ਹੋਇਆ, ਉਹ ਬਲ ਨਾਲ ਭਰਪੂਰ ਹੈ। ਮੈਂ ਮਰਾਂਗਾ ਨਹੀਂ, ਸਗੋਂ ਜੀਵਾਂਗਾ, ਅਤੇ ਪ੍ਰਭੂ ਦੇ ਕੰਮਾਂ ਬਾਰੇ ਦੱਸਾਂਗਾ। ਉਸਨੇ ਮੈਨੂੰ ਸਖਤ ਸਜ਼ਾ ਦਿੱਤੀ, ਪਰ ਮੈਨੂੰ ਮੌਤ ਤੋਂ ਫਿਰ ਵੀ ਬਚਾਈ ਰੱਖਿਆ ਹੈ। ਮੇਰੇ ਲਈ ਪਵਿੱਤਰ ਮੰਦਰ ਦੇ ਫਾਟਕ ਖੋਲ ਦਿਓ, ਕਿ ਮੈਂ ਜਾ ਕੇ ਪ੍ਰਭੂ ਦਾ ਧੰਨਵਾਦ ਕਰਾਂ। ਇਹ ਪ੍ਰਭੂ ਦਾ ਫਾਟਕ ਹੈ, ਇਸ ਦੁਆਰਾ ਕੇਵਲ ਭਲੇ ਲੋਕ ਅੰਦਰ ਜਾਣਗੇ। ਹੇ ਪ੍ਰਭੂ, ਮੈਂ ਤੇਰਾ ਧੰਨਵਾਦ ਕਰਦਾ ਹਾਂ, ਕਿਉਂਕਿ ਤੂੰ ਮੈਨੂੰ ਬਚਾਇਆ ਹੈ। ਜਿਸ ਪੱਥਰ ਨੂੰ ਰਾਜਾ ਨੇ ਰੱਦ ਕੀਤਾ, ਉਹੀ ਕੋਨੇ ਦਾ ਪੱਥਰ ਬਣਿਆ। ਇਹ ਕੰਮ ਪ੍ਰਭੂ ਦਾ ਹੈ, ਅਤੇ ਸਾਡੇ ਲਈ ਅਚਰਜ ਹੈ। ਅੱਜ ਦਾ ਦਿਨ ਸਾਨੂੰ ਪ੍ਰਭੂ ਨੇ ਦਿੱਤਾ ਹੈ, ਇਸ ਲਈ ਆਓ ਅੱਜ ਅਸੀਂ ਖੁਸ਼ੀ ਅਤੇ ਆਨੰਦ ਮਨਾਈਏ। ਹੇ ਪ੍ਰਭੂ, ਸਾਡਾ ਬਚਾਅ ਕਰ। ਇਹ ਸਾਡੀ ਬੇਨਤੀ ਹੈ, ਹੇ ਪ੍ਰਭੂ, ਸਾਨੂੰ ਸਫਲ ਕਰ। ਪ੍ਰਭੂ ਦੇ ਨਾਂ ਤੇ ਆਉਣ ਵਾਲਾ ਮਨੁੱਖ ਧਨ ਹੈ। ਅਸੀਂ ਹੇ ਪ੍ਰਭੂ ਤੈਨੂੰ ਮੰਦਰ ਵਿੱਚ ਧੰਨਵਾਦ ਕਹਾਂਗੇ। ਪ੍ਰਭੂ ਪਰਮੇਸ਼ਰ ਹੈ, ਉਸਨੇ ਸਾਨੂੰ ਚਾਨਣ ਦਿੱਤਾ ਹੈ। ਰੁੱਖਾਂ ਦੀਆਂ ਹਰੀਆਂ ਸ਼ਾਖਾਂ ਲੈ ਕੇ ਜਲੂਸ ਲਈ ਨਿਕਲੋ, ਅਤੇ ਮੰਦਰ ਦੀ ਵੇਦੀ ਤੱਕ ਜਾਵੋ। ਹੇ ਪ੍ਰਭੂ, ਤੂੰ ਮੇਰਾ ਪਰਮੇਸ਼ਰ ਹੈ, ਮੈਂ ਤੇਰਾ ਧੰਨਵਾਦ ਕਰਾਂਗਾ। ਹਾਂ, ਤੂੰ ਹੀ ਮੇਰਾ ਪਰਮੇਸ਼ਰ ਹੈ, ਮੈਂ ਤੇਰੀ ਵਡਿਆਈ ਕਰਾਂਗਾ। ਪ੍ਰਭੂ ਭਲਾ ਹੈ, ਉਸ ਦਾ ਧੰਨਵਾਦ ਕਰੋ, ਉਸ ਦੀ ਦਇਆ ਸਦੀਪਕ ਹੈ। ਆਮੀਨ। ਸੋ ਪ੍ਰਭੂ ਦੇ ਵਚਨ ਚ ਜਿਸ ਵੇਲੇ ਅਸੀਂ ਦੇਖਦੇ ਪਏ ਹਾਂ ਹੁਣ ਜਿਹੜਾ ਸ਼ਬਦ ਮੰਦਰ ਬਾਰ-ਬਾਰ ਆਉਣਾ, ਪਹਿਲਾਂ ਜਿਹੜਾ ਸੀਗਾ ਉਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਮੈਂ ਜਾਊਂਗਾ, ਮੈਂ ਉਸਦੀ ਵੇਦੀ ਦੇ ਮੋਹਰੇ ਜਾਊਂਗਾ, ਕਿਉਂਕਿ ਉਸ ਵੇਲੇ ਟੈਬਰਨੈਕਲ ਸੀ, ਉਸ ਵੇਲੇ ਤੰਬੂ ਸੀ। ਹੁਣ ਅਸੀਂ ਮੰਦਰ ਦੀਆਂ ਗੱਲਾਂ ਦੇਖਾਂਗੇ। ਮੰਦਰ ਦੇ ਫਾਟਕ ਮੇਰੇ ਲਈ ਖੋਲ ਦਿਓ। ਸੋ ਇਹ ਜਿਹੜੀ ਜ਼ਬੂਰ ਆ, ਇਹ ਉਸ ਸਮੇਂ ਗਾਏ ਗਏ ਜਿਸ ਵੇਲੇ ਪ੍ਰਭੂ ਦੀ ਆਰਕ, ਪ੍ਰਭੂ ਦਾ ਸੰਦੂਕ ਮੰਦਰ ਦੇ ਵਿੱਚ ਲਿਆਂਦਾ ਗਿਆ, ਜਿਸ ਦੇ ਵਿੱਚ ਪ੍ਰਭੂ ਦੇ ਦਿੱਤੇ ਹੋਏ ਵਾਅਦੇ ਸੀ ਉਹਨਾਂ ਨੂੰ, ਜਿਸ ਦੇ ਵਿੱਚ ਦਿੱਤੀਆਂ ਹੋਈਆਂ ਕਮੈਂਡਮੈਂਟਸ ਸੀਗੀਆਂ। ਸੋ ਇਹ ਸਾਰੀਆਂ ਚੀਜ਼ਾਂ ਉਹ ਯਾਦ ਕਰਦੇ ਪਏ ਆ। ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਲਈ ਇੱਕ ਮਹਾਨ ਬਰਕਤ ਆ ਜੋ ਪ੍ਰਭੂ ਨੇ ਉਹਨਾਂ ਨੂੰ ਅੱਜ ਦਿੱਤੀ ਆ। ਅੱਜ ਸਾਰੇ ਇਜ਼ਰਾਈਲ ਨੂੰ ਜੋ ਬਰਕਤ ਦਿੱਤੀ ਆ ਪ੍ਰਭੂ ਨੇ, ਕਿੱਥੋਂ ਉੱਠ ਕੇ ਇਹ ਲੋਕ ਆਏ ਸੀਗੇ? ਗੁਲਾਮ ਸੀਗੇ ਵਿਚਾਰੇ, ਇੱਟਾਂ ਬਣਾਉਂਦੇ ਹੁੰਦੇ ਸੀ। ਅੱਜ ਉਹ ਦਿਨ ਆ ਗਿਆ ਕਿ ਅੱਜ ਉਸੇ ਡਾਇਨੈਸਟੀ ਦੇ ਇੱਕ ਰਾਜੇ ਨੇ ਆਪਣੀ ਧੀ ਸੋਲੋਮਨ ਦੇ ਨਾਲ ਵਿਆਹੀ, ਔਰ ਉਹ ਸੋਲੋਮਨ ਨੂੰ ਕਰ ਦੇ ਰਿਹਾ, ਟੈਕਸ ਦੇ ਰਿਹਾ, ਪਲੱਸ ਧੀ ਦਿੱਤੀ ਆ, ਪਲੱਸ ਉਸ ਨੂੰ ਟੈਕਸ ਦੇ ਰਿਹਾ। ਸੋ ਕੀ ਕਹਿ ਰਿਹਾ ਕਿ ਤੇਰਾ ਤਾਂ ਮੈਨੂੰ ਬਹੁਤ ਪਾਇਆ, ਪਰ ਪ੍ਰਭੂ ਨੇ ਮੈਨੂੰ ਜਿੱਤ ਦਿੱਤੀ। ਪ੍ਰਭੂ ਨੇ ਮੈਨੂੰ ਜਿੱਤ ਦਿੱਤੀ। ਮੈਂ ਉਹਨਾਂ ਨੂੰ ਹਰਾ ਦਿੱਤਾ। ਕਾਹਦੇ ਨਾਲ? ਬੁੱਧੀ ਨਾਲ ਹਰਾ ਦਿੱਤਾ। ਇੰਨੀ ਉਸਨੇ ਮੈਨੂੰ ਬੁੱਧ ਦਿੱਤੀ ਕਿ ਮੈਂ ਉਹਨਾਂ ਨੂੰ ਹਰਾ ਦਿੱਤਾ। ਸੋ ਇਹ ਜਿਹੜੇ ਹੁਣ ਅਸੀਂ ਜ਼ਬੂਰ ਜਿਹੜੇ ਅਸੀਂ ਦੇਖਦੇ ਪਏ ਹਾਂ, ਇਹ ਸਾਰੇ ਜਿਸਲੇ ਮੰਦਰ ਬਣ ਗਿਆ, ਸਾਰੀਆਂ ਚੀਜ਼ਾਂ ਹੋ ਗਈਆਂ, ਇਹ ਸਾਰੀਆਂ ਚੀਜ਼ਾਂ ਹੁਣ ਪ੍ਰਭੂ ਦੇ ਲੋਕ ਉੱਥੇ ਯਾਦ ਕਰਦੇ ਪਏ ਆ। ਕਿਉਂਕਿ ਮੂਵੀ ਜਿਹੜੀ ਬਣਾਈ ਗਈ ਆ, ਜਿਹੜੀ ਵਿੱਚ ਲੋ ਬਜਟ ਮੂਵੀ ਆ, ਇਸ ਕਰਕੇ ਅਸੀਂ ਉੱਥੇ 4 ਲੋਕ ਹੀ ਖੜੇ ਦੇਖਦੇ ਪਏ ਆ, ਥੋੜੇ ਜਿਹੇ ਲੋਕ ਹੀ ਖੜੇ ਦੇਖਦੇ ਪਏ ਆ। ਔਰ ਜਿਹੜਾ ਮੰਦਰ ਵੀ ਪਿੱਛੇ ਦਿਖਾਇਆ ਗਿਆ, ਉਹ ਇੰਨੀ ਸ਼ਾਨ ਵਾਲਾ ਮੰਦਰ ਨਹੀਂ ਦਿਖਾਇਆ ਗਿਆ। ਲੇਕਿਨ ਜਿਹੜਾ ਅਸਲ ਦੇ ਵਿੱਚ ਅਸੀਂ ਮੰਦਰ ਦੇਖਿਆ ਸੀ, ਉਹ ਅਸੀਂ ਜਿਹੜੀ ਪਹਿਲੀ ਵੀਡੀਓ ਦੇਖੀ ਸੀ ਉਹਦੇ ਵਿੱਚ ਦੇਖਿਆ ਸੀ। ਔਰ ਇਸ ਵੇਲੇ ਯਰੂਸ਼ਲਮ ਦੇ ਵਿੱਚ ਪੈਰ ਰੱਖਣ ਨੂੰ ਥਾਂ, ਯਰੂਸ਼ਲਮ ਦੇ ਵਿੱਚ ਪੈਰ ਰੱਖਣ ਨੂੰ ਥਾਂ ਨਹੀਂ। ਲੋਕਾਂ ਦੇ ਉੱਤੇ ਜਿੱਦਾਂ ਉਹਨਾਂ ਦੀਆਂ ਵਾਰੀਆਂ ਲੱਗੀਆਂ ਕਿ ਭਾਈ ਅੱਜ ਦੇ ਦਿਨ ਸਵੇਰ ਤੋਂ ਦੁਪਹਿਰ ਤੱਕ ਤੁਸੀਂ ਰਹਿ ਸਕਦੇ ਆ, ਫਿਰ ਤੁਸੀਂ
ਦੂਜਿਆਂ ਦਰਵਾਜ਼ਿਆਂ ਥਾਣੀ ਬਾਹਰ ਨਿਕਲ ਜਾਇਓ, ਇਧਰ ਦੇ ਦਰਵਾਜ਼ਿਆਂ ਥਾਣੀ ਹੋਰ ਲੋਕ ਅੰਦਰ ਆਣਗੇ। ਔਰ ਫਿਰ ਵੀ ਲੋਕ ਗਏ ਨਹੀਂ, ਯਰੂਸ਼ਲਮ ਦੀਆਂ ਕੰਧਾਂ ਦੇ ਬਾਹਰ ਉਹ ਖੜੇ ਸੀ ਔਰ ਪ੍ਰਭੂ ਦੀ ਉਸਤਤ ਕਰਦੇ ਪਏ ਸੀ ਔਰ ਉਸ ਮੰਦਰ ਨੂੰ ਨਿਹਾਰ ਰਹੇ ਸੀ ਜੋ ਪ੍ਰਭੂ ਦਾ ਬਣਾਇਆ ਗਿਆ ਸੀ ਔਰ ਪ੍ਰਭੂ ਨੂੰ ਬਰਕਤ ਦੇ ਰਹੇ ਸੀ। ਸੁਲੇਮਾਨ ਦਾ ਮਾਣ ਪ੍ਰਭੂ ਨੇ ਦੇਖੋ ਕਿੰਨਾ ਬਣਾਇਆ। ਅਬ ਜਦੋਂ ਵੀ ਉਹ ਇਸ ਮਾਣ ਤੋਂ ਡਿੱਗੇਗਾ, ਸਾਨੂੰ ਯਾਦ ਰਹੇਗਾ ਕਿ ਕਿੱਥੋਂ ਡਿੱਗਾ, ਕਿੱਥੋਂ ਡਿੱਗਾ ਔਰ ਕਿਸ ਚੀਜ਼ ਦੇ ਲਈ ਡਿੱਗਾ, ਇਹ ਸਾਨੂੰ ਦਿਖਾਈ ਦੇਗਾ। ਅਸੀਂ ਹੁਣ ਪ੍ਰਭੂ ਦੇ ਭਜਨ ਦੇ ਵਿੱਚ ਪਿੱਛੇ ਥੋੜਾ ਜਿਹਾ ਜਾਵਾਂਗੇ, ਸਾਮ 115 ਔਰ ਉਸ ਵੇ ਉੱਥੇ ਪ੍ਰਭੂ ਦੀ ਸੱਚਾਈ ਦੇ ਬਾਰੇ, ਪ੍ਰਭੂ ਦੀ ਜਿਹੜੀ ਪ੍ਰਭੂ ਦੀ ਨੇਚਰ ਦੇ ਬਾਰੇ, ਸਾਡਾ ਪ੍ਰਭੂ ਕੌਣ ਆ ਉਸ ਦੇ ਬਾਰੇ ਇਹ ਜ਼ਬੂਰ ਆ। ਸੋ ਆਓ ਅਸੀਂ 115 ਜ਼ਬੂਰ ਪੜ੍ਹੀਏ ਜਿਸ ਨੂੰ ਮਿਲ ਜਾਏ। ਮੈਂ ਹੀ ਪੜ੍ਹਦੇ ਹਾਂ ਪਾਸਟਰ ਜੀ। ਗੋ ਅਹੈਡ ਮੇਰੀ ਪਿਆਰੀ। 938 ਪੇਜ। ਸੱਚਾ ਪਰਮੇਸ਼ਰ, हे ਪ੍ਰਭੂ, ਸਾਨੂੰ ਨਹੀਂ ਸਗੋਂ ਆਪਣੀ ਦਇਆ ਅਤੇ ਸਚਾਈ ਲਈ ਆਪਣੇ ਨਾਂ ਨੂੰ ਮਹਿਮਾ ਦੇ। ਕੌਮਾਂ ਕਿਉਂ ਸਾਡੇ ਤੋਂ ਪੁੱਛਦੀਆਂ ਹਨ, ਤੁਹਾਡਾ ਪਰਮੇਸ਼ਰ ਕਿੱਥੇ ਹੈ? ਸਾਡਾ ਪਰਮੇਸ਼ਰ ਸਵਰਗ ਵਿੱਚ ਹੈ, ਉਹ ਮਰਜ਼ੀ ਅਨੁਸਾਰ ਕੁਝ ਵੀ ਕਰਦਾ ਹੈ। ਉਹਨਾਂ ਦੇ ਦੇਵਤੇ ਤਾਂ ਸੋਨੇ ਚਾਂਦੀ ਦੇ ਹਨ, ਜੋ ਮਨੁੱਖੀ ਹੱਥਾਂ ਨਾਲ ਘੜੇ ਹੋਏ ਹਨ। ਉਹਨਾਂ ਦੇ ਮੂੰਹ ਤਾਂ ਹਨ ਪਰ ਉਹ ਬੋਲ ਨਹੀਂ ਸਕਦੇ, ਉਹਨਾਂ ਦੀਆਂ ਅੱਖਾਂ ਤਾਂ ਹਨ ਪਰ ਉਹ ਦੇਖ ਨਹੀਂ ਸਕਦੇ, ਉਹਨਾਂ ਦੇ ਕੰਨ ਤਾਂ ਹਨ ਪਰ ਸੁਣ ਨਹੀਂ ਸਕਦੇ, ਉਹਨਾਂ ਦੇ ਨੱਕ ਤਾਂ ਹਨ ਪਰ ਸੁੰਘ ਨਹੀਂ ਸਕਦੇ, ਉਹਨਾਂ ਦੇ ਹੱਥ ਤਾਂ ਹਨ ਪਰ ਕੁਝ ਕਰ ਨਹੀਂ ਸਕਦੇ, ਉਹਨਾਂ ਦੇ ਪੈਰ ਤਾਂ ਹਨ ਪਰ ਚੱਲ ਨਹੀਂ ਸਕਦੇ, ਨਾ ਹੀ ਆਪਣੇ ਗੱਲੋਂ ਕੋਈ ਆਵਾਜ਼ ਕੱਢ ਸਕਦੇ ਹਨ। ਉਹਨਾਂ ਦੇ ਬਣਾਉਣ ਵਾਲੇ ਅਤੇ ਉਹਨਾਂ ਤੇ ਵਿਸ਼ਵਾਸ ਕਰਨ ਵਾਲੇ ਵੀ ਉਹਨਾਂ ਵਰਗੇ ਹੀ ਹਨ। ਹੇ ਇਸਰਾਏਲ, ਪ੍ਰਭੂ ਤੇ ਭਰੋਸਾ ਰੱਖ, ਉਹ ਤੁਹਾਡਾ ਮਦਦਗਾਰ ਅਤੇ ਰੱਖਿਅਕ ਹੈ। ਹੇ ਹਾਰੂਨ ਦੇ ਵੰਸ਼, ਪ੍ਰਭੂ ਤੇ ਭਰੋਸਾ ਰੱਖ, ਉਹ ਤੁਹਾਡਾ ਮਦਦਗਾਰ ਅਤੇ ਰੱਖਿਅਕ ਹੈ। ਹੇ ਪ੍ਰਭੂ ਤੋਂ ਡਰਨ ਵਾਲਿਓ, ਉਸ ਤੇ ਭਰੋਸਾ ਰੱਖੋ, ਉਹ ਤੁਹਾਡਾ ਮਦਦਗਾਰ ਅਤੇ ਰੱਖਿਅਕ ਹੈ। ਪ੍ਰਭੂ ਸਾਡਾ ਧਿਆਨ ਰੱਖਦਾ ਹੈ, ਉਹ ਸਾਨੂੰ ਅਸੀਸ ਦੇਵੇਗਾ, ਉਹ ਇਸਰਾਏਲ ਨੂੰ ਅਸੀਸ ਦੇਵੇਗਾ, ਉਹ ਹਾਰੂਨ ਦੇ ਵੰਸ਼ ਨੂੰ ਅਸੀਸ ਦੇਵੇਗਾ, ਉਹ ਸਭ ਵੱਡੇ ਛੋਟਿਆਂ ਨੂੰ ਜੋ ਉਸ ਦਾ ਡਰ ਰੱਖਦੇ ਹਨ ਅਸੀਸ ਦੇਵੇਗਾ। ਪ੍ਰਭੂ ਤੁਹਾਨੂੰ ਅਤੇ ਤੁਹਾਡੀ ਸੰਸਾਰ ਨੂੰ ਹੋਰ ਵਧਾਵੇ। ਪ੍ਰਭੂ ਜਿਸ ਨੇ ਸਵਰਗ ਤੇ ਧਰਤੀ ਬਣਾਏ ਤੁਹਾਨੂੰ ਅਸੀਸ ਦੇਵੇ। ਸਵਰਗ ਕੇਵਲ ਪਰਮੇਸ਼ਰ ਦਾ ਹੈ, ਪਰ ਧਰਤੀ ਉਸ ਨੇ ਮਾਨਵ ਜਾਤੀ ਨੂੰ ਦਿੱਤੀ ਹੈ। ਮੁਰਦੇ ਪਰਮੇਸ਼ਰ ਦੀ ਮਹਿਮਾ ਨਹੀਂ ਕਰ ਸਕਦੇ ਅਤੇ ਨਾ ਹੀ ਜੋ ਪਤਾਲ ਕੁੰਡ ਵਿੱਚ ਉਤਰ ਚੁੱਕੇ ਹਨ, ਪਰ ਅਸੀਂ ਤਾਂ ਅਨੰਤ ਕਾਲ ਤੱਕ ਪ੍ਰਭੂ ਦੀ ਮਹਿਮਾ ਕਰਾਂਗੇ। ਪ੍ਰਭੂ ਦੀ ਜੈ। ਆਮੀਨ। ਇੱਥੇ ਜਿਹੜੀ ਮੇਨ ਚੀਜ਼ ਦੇਖਣ ਵਾਲੀ ਆ ਉਹ ਇਹ ਆ ਕਿ ਮੁਰਦੇ ਕਦੀ ਵੀ ਪ੍ਰਭੂ ਦੀ ਉਸਤਤ ਨਹੀਂ ਕਰਦੇ, ਪਰ ਅਸੀਂ ਤਾਂ ਅਨੰਤ ਕਾਲ ਤੱਕ ਕਰਾਂਗੇ। ਕੀ ਮਤਲਬ ਇਸ ਦਾ? ਅਨੰਤ ਜੀਵਨ ਦਾ ਮਤਲਬ ਜੋ ਉਸ ਦੇਵੀ ਦੇਵਤਿਆਂ ਦੇ ਪਿੱਛੇ ਚੱਲਦੇ ਆ, ਉਹ ਦੇਵੀ ਦੇਵਤੇ ਵੀ ਮੁਰਦੇ ਆ ਤੇ ਉਹ ਆਪ ਵੀ ਮੁਰਦੇ ਆ ਔਰ ਉਹਨਾਂ ਦੇ ਲਈ ਪਤਾਲ ਕੁੰਡ, ਕਿਉਂਕਿ ਜਿੱਦਾਂ ਦੇ ਉਹਨਾਂ ਦੇ ਦੇਵਤੇ ਆ ਉਦਾਂ ਦੇ ਉਹ ਆਪ। ਇਹ ਚੀਜ਼ ਇੱਥੇ ਕਹੀ ਗਈ। ਇੱਥੇ ਇਹ ਚੀਜ਼ ਨਹੀਂ ਕਹੀ ਗਈ ਕਿ ਜਿਹੜਾ ਜਨ ਪ੍ਰਭੂ ਦੇ ਵਿੱਚ ਆ ਉਹ ਮੁਰਦਾ ਤੇ ਉਹ ਪ੍ਰਭੂ ਦੀ ਉਸਤਤ, ਜੇ ਉਹ ਉਸਦੀ ਇੱਥੇ ਧਰਤੀ ਦੀ ਜ਼ਿੰਦਗੀ ਖਤਮ ਹੋ ਗਈ ਆ ਤੇ ਉਹ ਪ੍ਰਭੂ ਦੀ ਉਸਤਤ ਨਹੀਂ ਕਰ ਸਕਦਾ। ਇਸ ਹਿੱਸੇ ਦਾ ਇਹ ਨਹੀਂ ਮਤਲਬ ਹੈਗਾ। ਇਸ ਹਿੱਸੇ ਦਾ ਮਤਲਬ ਇਹ ਆ ਕਿ ਉਹ ਉਸਨੇ ਕੰਪੈਰੀਜ਼ਨ ਕੀਤਾ ਕਿ ਜੋ ਇਹਨਾਂ ਦੇ ਪਿੱਛੇ ਚੱਲਦੇ ਪਏ ਆ ਤੇ ਕੌਮਾਂ ਪੁੱਛਦੀਆਂ ਹਨ ਤੁਹਾਡਾ ਪਰਮੇਸ਼ਰ ਕਿੱਥੇ ਹੈ, ਕਿਉਂਕਿ ਕੌਮਾਂ ਕਹਿ ਰਹੀਆਂ ਸਾਡਾ ਪਰਮੇਸ਼ਰ ਦਾ ਦੇਖੋ ਮੰਦਿਰ ਦੇ ਵਿੱਚ ਬੈਠਾ ਹੈ, ਆਹ ਦੇਖੋ ਮੂਰਤੀ ਅਸੀਂ ਬਣਾਈ ਹੋਈ ਉਹ ਇੱਥੇ। ਪਰ ਉਹ ਕਹਿੰਦਾ ਉਹ ਹੈ ਕੀ? ਕਹਿੰਦਾ ਅਸੀਂ ਉਹਨਾਂ ਨੂੰ ਉੱਤਰ ਦਿੰਦੇ ਸਾਡਾ ਪਰਮੇਸ਼ਰ ਸਵਰਗ ਦੇ ਵਿੱਚ ਹੈ, ਉਹ ਮਰਜ਼ੀ ਅਨੁਸਾਰ ਹਰ ਕੁਝ ਕਰਦਾ। ਔਰ ਇਹ ਨਹੀਂ ਕਿ ਉਹ ਮਰਜ਼ੀ ਅਨੁਸਾਰ, ਕਿਉਂਕਿ ਜਿੱਦਾਂ ਕਿ ਧਰਤੀ ਤੇ ਲੋਕ ਮਰਜ਼ੀ ਅਨੁਸਾਰ ਕੰਮ ਕਰਦੇ, ਉਹ ਇਹਦਾ ਮਤਲਬ ਇਹ ਨਹੀਂ। ਉਹ ਆਪਣੀ ਇੱਛਾ ਦੇ, ਆਪਣੀ ਪਵਿੱਤਰ ਇੱਛਾ ਦੇ ਅਨੁਸਾਰ ਸਾਰਾ ਕੰਮ ਕਰਦਾ। ਔਰ ਉਸਦੀ ਜਿਹੜੀ ਸਾਡੇ ਲਈ ਇੱਛਾ ਆ ਉਹ ਹਮੇਸ਼ਾ ਬਰਕਤ ਹੁੰਦੀ ਹੈ, ਬਰਕਤ ਹੁੰਦੀ ਹੈ। ਹਰ ਫੁੱਲ ਦੇ ਥੱਲੇ ਕੰਡੇ ਹੁੰਦੇ ਆ। ਜਿਸ ਫੁੱਲ ਦੀ ਕੀਮਤ ਆ ਨਾ ਉਸਦੇ ਕੰਡੇ ਜ਼ਰੂਰ ਹੈ।
ਔਰ ਇਹ ਸਾਡੀ ਚੋਇਸ ਹੈ ਕਿ ਅਸੀਂ ਫੁੱਲ ਦੇ ਲਾਗੇ ਜਾਂਦੇ ਤੇ ਅਸੀਂ ਕੰਡਿਆਂ ਨੂੰ ਹੱਥ ਪਾਉਂਦੇ। ਜੇ ਕੰਡਿਆਂ ਨੂੰ ਹੱਥ ਜਿਸਲੇ ਪਾਵਾਂਗੇ ਤਾਂ ਫਿਰ ਤਾਂ ਕੰਡੇ ਲੱਗਣੇ ਹੀ ਲੱਗਣੇ। ਪਰ ਜੇ ਅਸੀਂ ਉਸ ਫੁੱਲ ਦੀ ਮਹਿਕ ਦੇ ਕੋਲ ਜਾਵਾਂਗੇ ਤਾਂ ਫਿਰ ਪ੍ਰਭੂ ਨੇ ਤਾਂ ਬਰਕਤ ਉੱਥੇ ਰੱਖੀ ਹੋ, ਪ੍ਰਭੂ ਨੇ ਤਾਂ ਬਰਕਤ ਰੱਖੀ ਹੋ ਸਾਡੇ ਲਈ। ਇਸ ਕਰਕੇ ਉਹ ਕਹਿ ਰਿਹਾ, ਉਹਨਾਂ ਨੂੰ ਕਹਿ ਰਿਹਾ ਕਿ ਉਹਨਾਂ ਦੇ ਦੇਵਤੇ ਤਾਂ ਸੋਨੇ ਚਾਂਦੀ ਦੇ ਹਨ, ਜੋ ਮਨੁੱਖੀ ਹੱਥਾਂ ਦੇ ਨਾਲ ਘੜੇ ਹੋਏ ਹਨ। ਉਹਨਾਂ ਦੇ ਮੂੰਹ ਹਨ, ਉਹ ਬੋਲ ਨਹੀਂ ਸਕਦੇ, ਅੱਖਾਂ ਹਨ, ਦੇਖ ਨਹੀਂ ਸਕਦੇ, ਕੰਨ ਹਨ, ਸੁਣ ਨਹੀਂ ਸਕਦੇ, ਨੱਕ ਤਾਂ ਹਨ ਪਰ ਸੁੰਘ ਨਹੀਂ ਸਕਦੇ, ਉਹਨਾਂ ਦੇ ਹੱਥ ਤਾਂ ਹਨ ਪਰ ਉਹ ਕੁਝ ਕਰ ਨਹੀਂ ਸਕਦੇ, ਉਹਨਾਂ ਦੇ ਪੈਰ ਤਾਂ ਹਨ ਪਰ ਉਹ ਚੱਲ ਨਹੀਂ ਸਕਦੇ, ਤੇ ਨਾ ਹੀ ਆਪਣੇ ਗਲੋਂ ਕੋਈ ਆਵਾਜ਼ ਕੱਢ ਸਕਦੇ ਹਨ। ਹੁਣ ਦੇਖੋ ਅੱਗੇ ਉਸਨੇ ਕੀ ਕਿਹਾ, ਅੱਗੇ ਦੇਖੋ ਵਚਨ ਕੀ ਕਹਿ ਰਿਹਾ। then this is the main words। ਇਸ ਕਰਕੇ ਉਸਨੇ ਉਹਨਾਂ ਨੂੰ ਮੁਰਦੇ ਕਿਹਾ ਤੇ ਉਹ ਮੁਰਦਿਆਂ ਦੇ ਸੰਸਾਰ ਦੇ ਵਿੱਚ ਪਤਾਲ ਕੁੰਡ ਦੇ ਵਿੱਚ ਜਾ ਰਹੇ ਹਨ। ਕਿਉਂ? ਕਹਿੰਦਾ ਉਹਨਾਂ ਦੇ ਬਣਾਉਣ ਵਾਲੇ ਅਤੇ ਉਹਨਾਂ ਤੇ ਵਿਸ਼ਵਾਸ ਕਰਨ ਵਾਲੇ ਵੀ ਉਹਨਾਂ ਵਰਗੇ ਹੀ ਹਨ। that is the main thing। ਇਸ ਕਰਕੇ ਪਤਾਲ ਕੁੰਡ ਉਹਨਾਂ ਦੇ ਹਿੱਸੇ ਆਇਆ, ਮੌਤ ਉਹਨਾਂ ਦੇ ਹਿੱਸੇ ਆਈ, ਪਰ ਅਸੀਂ ਜਿਉਂਦੇ ਪ੍ਰਭੂ ਦੇ ਲੋਕ ਹਾਂ, ਇਸ ਕਰਕੇ ਅਸੀਂ ਵੀ ਜੀਵਾਂਗੇ। ਅਸੀਂ ਅਨੰਤ ਕਾਲ ਤੱਕ ਪ੍ਰਭੂ ਦੀ ਮਹਿਮਾ ਕਰਾਂਗੇ, ਅਨੰਤ ਕਾਲ ਤੱਕ ਉਸ ਦੀ ਮਹਿਮਾ ਦੇ ਵਿੱਚ ਰਵਾਂਗੇ, ਅਨੰਤ ਕਾਲ ਤੱਕ ਉਸ ਦੀ ਹਜ਼ੂਰੀ ਦੇ ਵਿੱਚ ਰਵਾਂਗੇ, ਕਿਉਂਕਿ ਸਾਡਾ ਪ੍ਰਭੂ ਜਿਉਂਦਾ ਜਿਉਂਦਾ, ਇਸ ਕਰਕੇ ਅਸੀਂ ਵੀ ਜੀਵਾਂਗੇ। ਸੋ ਇਹਨਾਂ ਜ਼ਬੂਰਾਂ ਦੇ ਨਾਲ ਉੱਥੇ ਪ੍ਰਭੂ ਦੇ ਨਾਮ ਨੂੰ ਧੰਨ ਕਿਹਾ ਜਾ ਰਿਹਾ, ਪ੍ਰਭੂ ਦੇ ਨਾਮ ਨੂੰ ਬਰਕਤ ਦਿੱਤੀ ਜਾ ਰਹੀ ਹੈ। ਉੱਥੇ ਹਰ ਤਰ੍ਹਾਂ ਦਾਊਦ ਨੇ ਚੁਣ ਲਿਆ ਸੀ, ਪਹਿਲਾਂ ਆਹ ਰਾਗ ਗਾਉਣਗੇ, ਆਹ ਪ੍ਰਭੂ ਦਾ ਪ੍ਰਚਾਰ ਕਰਨਗੇ, ਆਹ ਜਿਹੜੇ ਲੋਕ ਆ ਇਹ ਮੰਦਿਰ ਦੀ ਰਾਖੀ ਕਰਨਗੇ, ਆਹ ਮੰਦਿਰ ਦੀ ਸਾਫ਼ ਸਫਾਈ ਕਰਨਗੇ। ਉਸਨੇ ਸਾਰੇ ਪ੍ਰਬੰਧ ਕਰਕੇ ਗਿਆ ਸੀ, ਸਾਰੇ ਪ੍ਰਬੰਧ ਕਰਕੇ ਗਿਆ ਸੀ, ਲੇਕਿਨ ਪ੍ਰਬੰਧ ਬੇਸ਼ੱਕ ਉਹਨੇ ਕੀਤੇ ਆ, ਪ੍ਰਮਾਣ ਉਸਦੇ ਪੁੱਤਰ ਨੂੰ ਮਿਲਦਾ, ਮਾਣ ਮਿਲਦਾ ਪਿਆ। ਸੁਲੇਮਾਨ ਸਿਰਫ ਉਸ ਮਾਣ ਦੇ ਉੱਤੇ ਕਬਜ਼ਾ ਕਰਦਾ ਪਿਆ, ਪਰ ਕੀ ਉਸਨੂੰ ਰੱਖਣ ਦਾ ਉਹ ਹੱਕ ਰੱਖਦਾ ਕਿ ਨਹੀਂ, ਇਹ ਅਸੀਂ ਅੱਗੇ ਜਾ ਕੇ ਦੇਖਾਂਗੇ, ਅੱਗੇ ਜਾ ਕੇ ਦੇਖਾਂਗੇ। ਲੇਕਿਨ ਆਓ ਅਸੀਂ ਜ਼ਬੂਰ 134 मैं पढ़ देना पास्टर जी। गो अहेड मेरा वीरा। सफा है 955। परमेश्वर ਦੀ ਮਹਿਮਾ ਲਈ ਬੁਲਾਵਾ। हे ਪ੍ਰਭੂ ਦੇ ਦਾਸੋ, ਤੁਸੀਂ ਰਾਤ ਭਰ ਉਸ ਦੇ ਘਰ ਵਿੱਚ ਸੇਵਾ ਲਈ ਖੜੇ ਰਹਿੰਦੇ ਹੋ। ਆਓ ਅਤੇ ਉਸ ਨੂੰ ਧੰਨ ਧੰਨ ਕਹੋ। ਆਪਣੇ ਹੱਥ ਉਤਾਂ ਉਸ ਦੇ ਪਵਿੱਤਰ ਥਾਂ ਦੀ ਵੱਲ ਚੁੱਕ ਕੇ ਪ੍ਰਭੂ ਨੂੰ ਧੰਨ ਧੰਨ ਕਹੋ। ਪ੍ਰਭੂ ਸਿਯੋਨ ਤੋਂ ਤੁਹਾਨੂੰ ਅਸੀਸ ਦੇਵੇ। ਉਸਨੇ ਸਵਰਗ ਅਤੇ ਧਰਤੀ ਬਣਾਏ ਹਨ। ਆਮੇਨ। ਔਰ ਇਹ ਜਿਹੜਾ ਪ੍ਰਭੂ ਦਾ ਵਚਨ ਤੁਸੀਂ ਬ੍ਰਦਰ ਜੀ ਪੜ੍ਹਿਆ, ਇਹ ਜਿਹੜੇ ਅੰਦਰ ਸੇਵਾ ਕਰਦੇ ਪਏ ਆ, ਜਿਨ੍ਹਾਂ ਦੀ ਸੇਵਾ ਸੰਭਾਲ ਜਿਹੜੇ ਕਰਦੇ ਪਏ ਆ, ਇਹ ਉਹਨਾਂ ਨੂੰ ਬਰਕਤ ਦਿੱਤੀ ਗਈ ਆ ਇਸ ਜ਼ਬੂਰ ਦੇ ਵਿੱਚ ਕਿ ਤੁਸੀਂ ਜਿਹੜੇ ਰਾਤ ਭਰ ਉਸ ਦੀ ਸੇਵਾ ਦੇ ਵਿੱਚ ਖੜੇ ਰਹਿੰਦੇ ਹੋ। ਕਿਉਂ? ਲੋਕ ਦਿਨ ਰਾਤ ਆ ਰਹੇ ਆ, ਚੱਲਦਾ ਪਿਆ, ਚੱਲ ਚੱਲੀਓ ਉੱਥੇ। ਤੁਸੀਂ ਜਿਹੜੇ ਦਿਨ ਰਾਤ ਉਹਦੀ ਸੇਵਾ ਦੇ ਵਿੱਚ ਖੜੇ ਰਹਿੰਦੇ ਆ, ਕਿਉਂਕਿ ਮੰਦਿਰ ਹਾਲੇ ਬਣਿਆ ਆ, ਸਾਰਾ ਇਜ਼ਰਾਈਲ ਐਕਸਾਈਟਡ ਆ, ਸਾਰਾ ਇਜ਼ਰਾਈਲ ਦੇ ਲੋਕ, ਈਵਨ ਬਾਹਰਲੇ ਲੋਕ ਵੀ ਜਿਹੜੇ ਹੈਗੇ ਆ, ਉਹ ਵੀ ਐਕਸਾਈਟਡ ਆ ਵੀ ਕੀ ਸੁਲੇਮਾਨ ਨੇ ਬਣਾਇਆ, ਜਿਹੜਾ ਉਹਨੂੰ 7 ਸਾਲ ਪ੍ਰਭੂ ਦਾ ਮੰਦਿਰ ਬਣਾਉਣ ਨੂੰ ਲੱਗੇ, ਉਹ ਕਿੱਦਾਂ ਦਾ ਹੋਏਗਾ, ਉਹ ਮੰਦਿਰ ਕਿੱਦਾਂ ਦਾ ਹੋਊਗਾ ਜਿਸ ਦੇ ਲਈ ਉਸਦੇ ਪੁਰਖੇ ਦਾਊਦ ਨੇ ਇੰਨਾ ਕੁਛ ਇਕੱਠਾ ਕੀਤਾ। ਉਹ ਵੀ ਐਕਸਾਈਟਡ। ਉੱਥੇ ਲੋਕਾਂ ਦਾ ਨੇਰ ਪਿਆ ਹੈ। ਔਰ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਕੱਲ ਨੂੰ ਪੜਾਂਗੇ, ਉੱਥੇ ਇੰਨੀਆਂ ਬਲੀਆਂ ਦਿੱਤੀਆਂ ਗਈਆਂ ਕਿ ਖੂਨ ਦਾ ਦਰਿਆ ਵਗਦਾ ਪਿਆ ਸੀ। ਔਰ ਬਲੀ ਜਿਹੜੀ ਹੁੰਦੀ ਹੈ ਨਾ, ਇਹ ਨਹੀਂ ਕਿ ਜੀ ਅੱਛਾ ਖੂਨ ਉੱਥੇ ਵਗਦਾ ਪਿਆ ਸੀ, ਨਹੀਂ, ਉਹ ਸਿਰਫ ਇੱਕ ਨਿਸ਼ਾਨੀ ਸੀਗੀ ਤੇ ਸਾਡਾ ਜਿਹੜਾ ਬਚਾਅ ਹੋਣਾ ਉਹ ਜਿਉਂਦੇ ਪ੍ਰਭੂ ਦੇ ਲਹੂ ਦੇ ਨਾਲ ਹੋਣਾ।
ਉਹ ਨਿਸ਼ਾਨੀਆਂ ਸੀਗੀਆਂ। ਉਹ ਲੋਕ ਪੂਰਾ ਬਲੀ ਦੇਣ ਵਾਲਿਆਂ ਨੂੰ ਇਹ ਪਤਾ ਸੀ ਅਸੀਂ ਕਿਉਂ ਬਲੀ ਦੇ ਰਹੇ ਹਾਂ। ਉਹਨਾਂ ਨੂੰ ਪਤਾ ਸੀ ਕਿ ਸਾਡੇ ਪੁਰਖਿਆਂ ਨੂੰ ਜਦੋਂ ਆਜ਼ਾਦ ਕੀਤਾ ਗਿਆ ਤੇ ਪ੍ਰਭੂ ਨੇ ਕਿਹਾ ਸੀ ਕਿ ਇੱਕ ਲੇਲਾ ਕੱਟੋ, ਹਰ ਪਰਿਵਾਰ ਇੱਕ ਲੇਲਾ ਕੱਟੇ। ਅਗਰ ਤੁਹਾਡਾ ਪਰਿਵਾਰ ਛੋਟਾ ਤੇ 2 ਪਰਿਵਾਰ ਰਲ ਕੇ ਇੱਕ ਲੇਲਾ ਕੱਟਣ ਤੇ ਉਸ ਦੇ ਲਹੂ ਨੂੰ ਆਪਣੇ ਦਰਵਾਜ਼ਿਆਂ ਦੀਆਂ ਚੁਗਾਠਾਂ ਤੇ ਲਾਓ, ਮੌਤ ਤੁਹਾਡੇ ਘਰ ਦੇ ਅੰਦਰ ਨਹੀਂ ਆਏ। ਉਹਨਾਂ ਨੂੰ ਇਸ ਚੀਜ਼ ਦਾ ਪਤਾ ਸੀ। ਉਹ ਜਾਣਦੇ ਹੋਏ ਬਲੀਆਂ ਦਿੰਦੇ ਸੀ। ਦੂਜੀ ਕੌਮਾਂ ਦੇ ਜਿਹੜੇ ਲੋਕ ਸੀਗੇ ਉਹ ਨਾ ਜਾਣਦੇ ਹੋਏ ਬੁੱਤਾਂ ਨੂੰ ਬਲੀਆਂ ਦਿੰਦੇ ਸੀ, ਬੁੱਤਾਂ ਦੇ ਅੱਗੇ ਆਪਣੇ ਬੱਚੇ ਚੜਾਉਂਦੇ ਸੀ, ਉਹ ਬੁੱਤਾਂ ਤੋਂ ਮੰਗਦੇ ਸੀ ਸਾਰਾ ਕੁਝ। ਇਹ ਜਿਹੜੀ ਬਲੀ ਆ ਇਹ ਪਛਤਾਵੇ ਦੀ ਬਲੀ ਆ। ਤੇ ਪ੍ਰਭੂ ਜੀ ਜੇ ਕੋਈ ਪਾਪ ਹੋਇਆ ਜਿਸ ਦੇ ਨਾਲ ਤੇਰਾ ਮੇਰਾ ਰਿਸ਼ਤਾ ਖਰਾਬ ਹੋਇਆ ਤੇ ਜਾਂ ਕੋਈ ਅਣਜਾਣੇ ਦੇ ਵਿੱਚ ਪਾਪ ਹੋਇਆ ਜਿਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ, ਇਹ ਮੇਰਾ ਪਛਤਾਵਾ ਹੈ। ਔਰ ਇਹ ਭੋਲਾ ਭਾਲਾ ਜਾਨਵਰ ਮੇਰੀ ਮਾਫੀ ਦੇ ਲਈ ਮਰਦਾ ਕਿ ਮੇਰਾ ਰਿਸ਼ਤਾ ਤੇਰੇ ਨਾਲ ਠੀਕ ਹੋ ਸਕੇ। ਇਹ ਬੜੀ ਭਾਰੀ। ਔਰ ਦੂਸਰਾ, ਉੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਆਏ ਹੋ ਸੀ, ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ, ਹਰ ਮੋੜ ਦੇ ਉੱਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ। ਔਰ ਉਹਨਾਂ ਦੇ ਲਈ ਇੱਕ ਲੰਗਰ ਵੀ ਲੱਗਾ ਸੀ। ਬਹੁਤ ਬਰਕਤ ਵਾਲਾ ਸਮਾਂ ਹੋਏਗਾ, ਬਹੁਤ ਬਰਕਤ ਵਾਲਾ ਸਮਾਂ ਹੋਏਗਾ। ਬਹੁਤੀਆਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਹੈ ਮੇਰੇ ਪ੍ਰਭੂ ਦੇ ਅੱਗੇ ਮੈਂ ਜ਼ਰੂਰ ਰੱਖਿਓ ਕਿ ਤੇ ਪ੍ਰਭੂ ਜਿਸਲੇ ਤੇਰੇ ਘਰ ਆਵਾਂ ਉਹ ਦਿਨ ਜ਼ਰੂਰ ਦਿਖਾਏ ਜਿਸ ਦਿਨ ਮੰਦਿਰ ਦੀ ਚੱਟ ਕੀਤੀ ਗਈ ਸੀ। ਐਸਾ ਨਹੀਂ ਸੀ, ਕਿਆ ਸੀਨ ਹੋਏਗਾ। ਸੋ ਉਹ ਇਹ ਚੀਜ਼ਾਂ ਕਹਿ ਰਹੇ। ਅਗਰ ਜਿਸ ਵੇਲੇ ਅਸੀਂ ਇਸ ਜ਼ਬੂਰ ਨੂੰ ਧਿਆਨ ਦੇ ਨਾਲ ਪੜ੍ਹਦੇ ਹਾਂ, ਇਸ ਜ਼ਬੂਰ ਦੀ ਬੜੀ ਗਲਤ ਇੰਟਰਪ੍ਰੀਟੇਸ਼ਨ ਦੇਖੀ ਹੈ ਕਿ ਬੰਦਾ ਬਿਮਾਰ ਆ, ਮਸੀਹੀ ਆ, 4th 5ਵੀਂ ਜਨਰੇਸ਼ਨ ਆ, ਮਸੀਹੀ ਆ, ਔਰ ਉਹ ਮੰਜਾ ਛੱਡਣ ਨੂੰ ਤਿਆਰ ਨਹੀਂ, ਮਰਨ ਨੂੰ ਤਿਆਰ ਨਹੀਂ। ਤੇ ਉਹ ਰੋ ਰਿਹਾ ਕਿ ਮੈਂ ਤੇਰੇ ਵਚਨ ਦੇ ਵਿੱਚ ਲਿਖਿਆ ਕਿ ਜੇ ਮਰਿਓ ਤੇਰੇ ਤੇ ਤੇਰੀ ਕੀ ਉਸਤਤ ਕਰਨਗੇ। ਉਹ ਭਾਈ ਉਹ ਇਹ ਨਹੀਂ ਕਹਿ ਰਿਹਾ, ਉਹ ਦੂਜੇ ਪਾਸਿਆਂ ਨੂੰ ਕਹਿ ਰਿਹਾ। ਉਹ ਜਿਉਂਦੇ ਪ੍ਰਭੂ ਤੇ ਬੁੱਤਾਂ ਦੇ ਵਿੱਚ ਇੱਥੇ ਕੰਪੈਰੀਜ਼ਨ ਹੋ ਰਿਹਾ। ਦੇਖੋ ਸਾਡੇ ਜਿਉਂਦੇ ਪ੍ਰਭੂ ਦਾ ਮੰਦਿਰ, ਦੇਖੋ ਜਿਉਂਦੇ ਪ੍ਰਭੂ ਦੇ ਕੰਮ। ਅਸੀਂ ਲੱਕੜਾਂ ਰੱਖੀਆਂ, ਅੱਗ ਉਹਨੇ ਕੱਲੀ ਆ। ਬੱਦਲਾਂ ਦੇ ਉੱਤੇ ਸਵਾਰੀ ਕਰਕੇ ਸਾਰਾ ਜਰੂਸਲਮ ਦਿਨ ਦੇ ਵੇਲੇ, ਦੁਪਹਿਰ ਦੇ ਵੇਲੇ ਬੱਦਲਾਂ ਦੇ ਨਾਲ ਭਰ ਗਿਆ ਔਰ ਪ੍ਰਭੂ ਦੀ ਹਜ਼ੂਰੀ ਨੇ ਉਸ ਮੰਦਿਰ ਨੂੰ ਭਰ ਦਿੱਤਾ। ਇੱਕੋ ਹੀ ਰੋਸ਼ਨੀ ਦਿਖਾਈ ਦੇ ਰਹੀ ਉੱਥੇ ਜਿਹੜੀ ਉਹ ਮੰਦਿਰ ਦੇ ਵਿੱਚੋਂ ਬਾਹਰ ਆ ਰਹੀ। ਉਹ ਚਾਨਣ ਜਿਸ ਲਈ ਪ੍ਰਭੂ ਨੇ ਸਭ ਤੋਂ ਪਹਿਲਾਂ ਕਿਹਾ ਸੀ ਚਾਨਣ ਹੋਵੇ, ਉਹ ਚਾਨਣ ਉੱਤੇ, ਉਹ ਚਾਨਣ ਉੱਤੇ ਜਿਸ ਯਿਸੂ ਨੇ ਕਿਹਾ ਸੀ ਜਗਤ ਦਾ ਚਾਨਣ ਮੈਂ ਹਾਂ, ਉਹ ਚਾਨਣ ਉੱਤੇ। ਉਹ ਜਿਸ ਲਈ ਅਸੀਂ ਉਤਪਤ ਦੇਖਾਂਗੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਦੇਖਾਂਗੇ। ਆਓ ਅਸੀਂ 134 ਜ਼ਬੂਰ ਪੜ੍ਹਿਆ, 135 ਜ਼ਬੂਰ ਜਿਸ ਨੂੰ ਮਿਲ ਜਾਏ। ਨਹੀਂ ਪੜ੍ਹ ਦੇਣਾ ਪਾਸਟਰ ਜੀ। ਉਹ ਹੈ ਮੇਰਾ ਵੀਰਾ। ਹਾਂਜੀ, ਵਡਿਆਈ ਭਰਿਆ ਭਜਨ, ਪੇਜ ਉਹੀ ਹੈ 955। ਪ੍ਰਭੂ ਦੀ ਜੈ, ਇਹ ਪ੍ਰਭੂ ਦੇ ਦਾਸੋ ਉਸ ਦੇ ਨਾਂ ਦੀ ਵਡਿਆਈ ਕਰੋ। ਤੁਸੀਂ ਜੋ ਉਸ ਦੇ ਘਰ ਅੰਦਰ ਤੇ ਸਾਡੇ ਪਰਮੇਸ਼ਰ ਦੇ ਦਰਬਾਰ ਵਿੱਚ ਖੜੇ ਰਹਿੰਦੇ ਹੋ, ਉਸ ਦੀ ਵਡਿਆਈ ਕਰੋ ਕਿਉਂਕਿ ਉਹ ਭਲਾ ਹੈ। ਤੁਸੀਂ ਉਸ ਦੇ ਗੁਣ ਗਾਓ ਕਿਉਂਕਿ ਉਹ ਦਿਆਲੂ ਹੈ। ਉਸ ਨੇ ਯਾਕੂਬ ਨੂੰ ਆਪਣੇ ਲਈ ਅਤੇ ਇਸਰਾਏਲ ਨੂੰ ਆਪਣਾ ਵਿਰਸਾ ਕਰਕੇ ਚੁਣਿਆ। ਮੈਂ ਜਾਣਦਾ ਹਾਂ ਕਿ ਪ੍ਰਭੂ ਮਹਾਨ ਹੈ, ਉਹ ਸਭ ਦੇਵਤਿਆਂ ਤੋਂ ਉੱਚਾ ਹੈ। ਉਹ ਸਵਰਗ ਜਾਂ ਧਰਤੀ ਤੇ, ਸਮੁੰਦਰ ਜਾਂ ਡੁੰਘਿਆਈਆਂ ਵਿੱਚ ਜੋ ਵੀ ਚਾਹੇ ਕਰਦਾ ਹੈ। ਉਹ ਧਰਤੀ ਤੇ ਬੱਦਲ ਘੱਲਦਾ ਹੈ, ਮੀਂਹ ਦੇ ਨਾਲ ਬਿਜਲੀ ਚਮਕਾਉਂਦਾ ਹੈ ਅਤੇ ਉਹੀ ਹਵਾ ਨੂੰ ਵਗਾਉਂਦਾ ਹੈ। ਉਸੇ ਨੇ ਹੀ ਮਿਸਰ ਵਿੱਚ
ਮਨੁੱਖ ਅਤੇ ਪਸ਼ੂਆਂ ਦੇ ਪਲੋਠਿਆਂ ਨੂੰ ਮਾਰਿਆ। ਉਸਨੇ ਹੀ ਫਿਰੌਨ ਅਤੇ ਉਸਦੇ ਸੇਵਕਾਂ ਦੇ ਵਿਰੁੱਧ ਮਿਸਰ ਵਿੱਚ ਤੁਹਾਡੇ ਵਿਚਕਾਰ ਚਿੰਨ੍ਹ ਅਤੇ ਚਮਤਕਾਰ ਕੀਤੇ। ਉਸੇ ਨੇ ਹੀ ਅਣਗਿਣਤ ਕੌਮਾਂ ਨੂੰ ਨਾਸ਼ ਕੀਤਾ ਅਤੇ ਕਈ ਸ਼ਕਤੀਸ਼ਾਲੀ ਰਾਜਿਆਂ ਨੂੰ ਕਤਲ ਕੀਤਾ। ਉਸਨੇ ਹੀ ਅਮੋਰੀ ਰਾਜਾ ਸਿਹੋਨ ਨੂੰ, ਬਸ਼ਾਨ ਦੇ ਰਾਜਾ ਔਗ ਨੂੰ ਅਤੇ ਕਨਾਨ ਦੇ ਰਾਜਿਆਂ ਨੂੰ ਖਤਮ ਕੀਤਾ। ਤਦ ਉਸਨੇ ਉਹਨਾਂ ਦੀ ਧਰਤੀ ਆਪਣੇ ਲੋਕਾਂ ਇਸਰਾਇਲ ਨੂੰ ਦਿੱਤੀ। हे ਪ੍ਰਭੂ, ਤੇਰਾ ਨਾਮ ਹਮੇਸ਼ਾ ਤੱਕ ਰਹੇਗਾ, ਤੇਰੀ ਯਾਦ ਹਰ ਪੀੜ੍ਹੀ ਰੱਖੇਗੀ। ਪ੍ਰਭੂ ਆਪਣੇ ਲੋਕਾਂ ਤੇ ਤਰਸ ਖਾਵੇਗਾ ਅਤੇ ਉਹਨਾਂ ਨੂੰ ਛੁਟਕਾਰਾ ਦੇਵੇਗਾ। ਪਰਾਈਆਂ ਕੌਮਾਂ ਦੀਆਂ ਮੂਰਤਾਂ ਮਨੁੱਖੀ ਹੱਥਾਂ ਨੇ ਘੜੀਆਂ ਹਨ। ਉਹਨਾਂ ਦੇ ਮੂੰਹ ਤਾਂ ਹਨ ਪਰ ਬੋਲ ਨਹੀਂ ਸਕਦੇ, ਅੱਖਾਂ ਤਾਂ ਹਨ ਪਰ ਦੇਖ ਨਹੀਂ ਸਕਦੇ, ਕੰਨ ਤਾਂ ਹਨ ਪਰ ਸੁਣ ਨਹੀਂ ਸਕਦੇ, ਨਾ ਹੀ ਉਹਨਾਂ ਦੇ ਅੰਦਰ ਸਵਾਸ ਹੈ। ਉਹਨਾਂ ਦੇ ਬਣਾਉਣ ਵਾਲੇ ਅਤੇ ਉਹਨਾਂ ਤੇ ਭਰੋਸਾ ਰੱਖਣ ਵਾਲੇ ਸਭ ਉਹਨਾਂ ਹੀ ਵਰਗੇ ਹਨ। हे ਇਸਰਾਇਲ ਦੀ ਸੰਤਾਨ, ਪ੍ਰਭੂ ਨੂੰ ਧੰਨ ਕਹਿ। हे ਹਾਰੂਨ ਦੇ ਵੰਸ਼, ਪ੍ਰਭੂ ਨੂੰ ਧੰਨ ਕਹਿ। हे ਲੇਵੀ ਦੀ ਸੰਤਾਨ, ਪ੍ਰਭੂ ਨੂੰ ਧੰਨ ਕਹਿ। ਪ੍ਰਭੂ ਦੇ ਸਭ ਡਰਨ ਵਾਲਿਓ ਪ੍ਰਭੂ ਨੂੰ ਧੰਨ ਕਹੋ। ਸਿਓਨ ਅਰਥਾਤ ਉਸ ਦੇ ਘਰ ਯਰੂਸ਼ਲਮ ਵਿੱਚ ਪ੍ਰਭੂ ਨੂੰ ਧੰਨ ਕਹੋ। ਪ੍ਰਭੂ ਦੀ ਜੈ ਹੋਵੇ। ਆਮੇਨ। ਸੋ ਉਹੀ ਥੀਮ ਚੱਲਦਾ ਪਿਆ ਉੱਥੇ, ਉਹੀ ਥੀਮ ਚੱਲਦਾ ਪਿਆ ਕਿ ਪ੍ਰਭੂ ਧੰਨ, ਪ੍ਰਭੂ ਜਿਉਂਦਾ ਆ। ਅਸੀਂ ਜਿਉਂਦੇ ਪ੍ਰਭੂ ਦੇ ਘਰ ਦੇ ਵਿੱਚ ਖੜੇ ਹਾਂ, ਅਸੀਂ ਜਿਉਂਦੇ ਪ੍ਰਭੂ ਦੇ ਸ਼ਹਿਰ ਦੇ ਵਿੱਚ ਖੜੇ ਹਾਂ, ਅਸੀਂ ਜਿਉਂਦੇ ਪਰਮੇਸ਼ਰ ਦੇ ਨਾਲ ਖੜੇ ਹਾਂ, ਅਸੀਂ ਜਿਉਂਦੇ ਪਰਮੇਸ਼ਰ ਦੇ ਲੋਕ ਹਾਂ। ਸੋ ਅਸੀਂ ਵੀ ਜਿਉਂਦੇ ਹਾਂ, ਅਸੀਂ ਵੀ ਜਿਉਂਦੇ ਹਾਂ। ਪ੍ਰਭੂ ਯਿਸੂ ਮਸੀਹ ਨੂੰ ਆ ਕੇ ਸਦੂਕੀਆਂ ਨੇ ਪੁੱਛਿਆ ਸੀ ਕਿ ਪ੍ਰਭੂ ਜੀ, ਇੱਕ ਔਰਤ ਇੱਕ ਭਰਾ ਦੇ ਨਾਲ ਵਿਆਹ ਹੋਈ, ਉਹ ਬਿਨਾਂ ਸੰਤਾਨ ਤੋਂ ਮਰ ਗਿਆ। ਫਿਰ ਉਸਦੇ ਛੋਟੇ ਤੋਂ ਨਾਲ ਵਿਆਹ ਹੋਈ ਤਾਂ ਉਹ ਵੀ ਬਿਨਾਂ ਸੰਤਾਨ ਤੋਂ ਮਰ ਗਿਆ। ਫਿਰ ਉਸ ਤੋਂ ਛੋਟੇ ਦੇ ਨਾਲ ਵਿਆਹ ਹੋਈ। ਸੋ ਇਸ ਤਰ੍ਹਾਂ ਕਹਿੰਦਾ ਉਸਦੇ 5 ਖਰੇ 6 ਵਿਆਹ ਹੋਏ। ਸੋ ਤੁਸੀਂ ਇਹ ਮੰਨਦੇ ਆ ਕਿ ਮੁਰਦੇ ਉਠਾਏ ਜਾਣੇ ਆ, ਉਸ ਦਿਨ ਉਹ ਕਿਹੜੀ ਪਤਨੀ ਹੋਈ? ਮੂਰਖਾਂ ਵਾਲਾ ਸਵਾਲ। ਪ੍ਰਭੂ ਯਿਸੂ ਨੇ ਪਤਾ ਕੀ, ਸਵਰਗ ਦੇ ਵਿੱਚ ਪਤੀ ਪਤਨੀ ਨਹੀਂ ਹੋਣਗੇ, ਸਵਰਗ ਦੇ ਵਿੱਚ ਸਭ ਫਰਿਸ਼ਤਿਆਂ ਦੇ ਵਾਂਗ ਹੋਣਗੇ। ਸਵਰਗ ਦੇ ਵਿੱਚ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਹੋਵਾਂਗੇ। ਉਸ ਦੀਆਂ ਹਜ਼ੂਰੀ ਦੇ ਵਿੱਚ ਸਿਰਫ ਇੱਕੋ ਹੀ ਚਾਹਤ ਹੋਏਗੀ, ਔਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਰਹਿਣ ਦੀ ਚਾਹਤ, ਰਹਿਣ ਦੀ ਚਾਹਤ। ਸੋ ਸਾਨੂੰ ਇਹ ਸਵਾਦ ਇੱਥੋਂ ਪਾਉਣਾ ਪੈਣਾ ਆਪਣੇ ਆਪ। ਪ੍ਰਭੂ ਯਿਸੂ ਨੇ ਇਸੇ ਕਰਕੇ ਕਿਹਾ ਸੀਗਾ, ਜਿਸ ਵੇਲੇ ਅਸੀਂ ਉਹਨਾਂ ਨੇ ਪਹਾੜੀ ਉਪਦੇਸ਼ ਦਿੱਤਾ ਸੀ। ਬੜੀ ਅਜੀਬ ਉੱਥੇ ਗੱਲ ਹੈ, ਕਹਿੰਦਾ ਤਦ ਉਹ ਮੈਨੂੰ ਕਹਿਣਗੇ, ਅਸੀਂ ਤੇਰੇ ਨਾਮ ਤੇ ਵੱਡੇ ਵੱਡੇ ਕੰਮ ਕੀਤੇ, ਵੱਡੇ ਵੱਡੇ ਪ੍ਰਚਾਰ ਕੀਤੇ, ਅਸੀਂ ਆਹ ਕੀਤਾ, ਅਸੀਂ ਉਹ ਕੀਤਾ। ਤੇ ਮੈਂ ਕਹਾਂਗਾ, ਮੈਂ ਤੁਹਾਨੂੰ ਜਾਣਦਾ ਵੀ ਨਹੀਂ। ਉਸ ਆਇਤ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਸੀ ਵੀ ਇਸ ਦਾ ਮਤਲਬ ਕੀ ਹੋਇਆ? ਇਸ ਦਾ ਮਤਲਬ ਕੀ ਹੋਇਆ? ਇਸ ਦਾ ਮਤਲਬ ਇਹ ਆ ਕਿ ਪ੍ਰਭੂ ਦੇ ਲਈ ਤਾਂ ਉਹਨਾਂ ਨੇ ਉਹ ਕੰਮ ਕੀਤੇ ਆ, ਪਰ ਪ੍ਰਭੂ ਦੀ ਹਜ਼ੂਰੀ ਚੋਂ ਕਦੀ ਨਹੀਂ ਬੈਠੇ। ਪ੍ਰਭੂ ਦੀ ਹਜ਼ੂਰੀ ਦਾ ਸਵਾਦ ਉਹਨਾਂ ਨੇ ਕਦੀ ਨਹੀਂ ਚੱਖਿਆ। ਉਹਨਾਂ ਦੇ ਨਾਮ ਤੇ ਵੱਡੇ ਵੱਡੇ ਫੰਕਸ਼ਨ ਹੋਣ ਲੱਗ ਪਏ, ਉਹਨਾਂ ਦੇ ਨਾਮ ਤੇ ਵੱਡੀਆਂ ਵੱਡੀਆਂ ਚਰਚਾਂ ਬਣ ਗਈਆਂ। ਇਸ ਕਰਕੇ ਪ੍ਰਭੂ ਕਹਿੰਦਾ, ਮੈਂ ਤੈਨੂੰ ਜਾਣਦਾ, ਮੈਂ ਤੈਨੂੰ ਜਾਣਦਾ। ਕਿਉਂਕਿ ਜੇ ਜਾਣਦਾ ਤਾਂ ਹੋਏਗਾ ਜੇ ਮੈਂ ਉਹਨੂੰ ਜਾਣਦਾ। ਜੇ ਮੈਂ ਉਹਦੀ ਹਜ਼ੂਰੀ ਦੇ ਵਿੱਚ ਜਾਊਂਗਾ, ਬੈਠੂੰਗਾ, ਸਵਾਦ ਚੱਖੂੰਗਾ, ਤਾਂ ਫਿਰ ਬਰਕਤ ਮਿਲੇਗੀ ਨਾ। ਇਹ ਚੀਜ਼ ਇੱਥੇ ਉਹ ਕਹਿ ਰਿਹਾ, ਇਸ ਚੀਜ਼ ਦਾ ਉਹ ਕਹਿ ਰਿਹਾ, ਤੁਸੀਂ ਜਿਹੜੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਖੜੇ ਰਹਿੰਦੇ,
ਤੁਸੀਂ ਜਿਹੜੇ ਪ੍ਰਭੂ ਦੀ ਸੇਵਾ ਕਰਦੇ ਆ, ਯਾਦ ਰੱਖੋ, ਇਸ ਚੀਜ਼ ਨੂੰ ਯਾਦ ਰੱਖੋ, ਪ੍ਰਭੂ ਤੁਹਾਨੂੰ ਕਿੱਥੋਂ ਕੱਢ ਕੇ ਲੈ ਕੇ ਆਇਆ, ਤੁਹਾਨੂੰ ਕਿੱਥੋਂ ਕੱਢ ਕੇ ਲੈ ਕੇ ਆਇਆ। ਅੱਜ ਦੇਖੋ ਤੁਸੀਂ ਕਿੱਥੇ ਖੜੇ ਆ। ਅੱਜ ਤੁਸੀਂ ਪ੍ਰਭੂ ਦੇ ਮੰਦਰ ਦੇ ਅੰਦਰ, ਜਿੱਥੇ ਪ੍ਰਭੂ ਨੇ ਆਪਣੀ ਹਜ਼ੂਰੀ, ਜਿੱਥੇ ਪ੍ਰਭੂ ਨੇ ਆਪਣੀ ਅੱਗ ਘੱਲ ਕੇ ਇਸ ਮੰਦਰ ਨੂੰ ਪਵਿੱਤਰ ਕੀਤਾ ਔਰ ਫਿਰ ਆਪਣੀ ਹਜ਼ੂਰੀ ਦੇ ਨਾਲ ਇਸ ਨੂੰ ਮਾਲਾ ਮਾਲ ਕੀਤਾ। ਅੱਜ ਤੁਸੀਂ ਉਸ ਮੰਦਰ ਦੀ ਸੇਵਾ ਕਰਦੇ ਪਏ ਆ, ਪਰ ਪ੍ਰਭੂ ਨੂੰ ਯਾਦ ਰੱਖਿਓ, ਪ੍ਰਭੂ ਨੂੰ ਯਾਦ ਰੱਖਿਓ। ਇਸ ਚੀਜ਼ ਨੂੰ ਆਪਣੇ ਸਿਰ ਦੇ ਉੱਤੇ ਨਾ ਚੜਨ ਦਿਓ। ਇਹ ਚੀਜ਼ ਉਹ ਕਹਿ ਰਿਹਾ। 136 ਜ਼ਬੂਰ, ਉਸ ਤੋਂ ਬਾਅਦ ਫਿਰ ਅਸੀਂ ਦੁਆ ਕਰਾਂਗੇ ਤੇ ਫਿਰ ਅਗਲੇ ਕੱਲ ਨੂੰ ਫਿਰ ਇਸ ਤੋਂ ਅੱਗੇ ਪਤਾ। 136 ਜ਼ਬੂਰ। ਸੋ ਇਹ ਬੇਸਿਕਲੀ ਲੋਕਾਂ ਨੂੰ ਸਾਰੇ ਲੋਕ ਇਕੱਠੇ ਆ ਔਰ ਇਸ ਵੇਲੇ ਜਿਹੜਾ ਬੇਸਿਕਲੀ ਜਿਹੜਾ ਹਾਈ ਪ੍ਰੀਸਟ ਆ ਉਹ ਇੱਕ ਆਇਤ ਬੋਲਦਾ ਤੇ ਇੱਕ ਸਾਰਾ ਹਜੂਮ ਜਿਹੜੇ ਉੱਥੇ ਲੱਖਾਂ ਹੀ ਲੋਕ ਇਕੱਠੇ ਹੋਏ ਆ ਉਹ ਪ੍ਰਭੂ ਦੀ ਦਇਆ ਦੀ, ਉਸ ਦੀ ਕਿਰਪਾ ਦੀ, ਉਸ ਦੀ ਦਇਆ ਨੂੰ ਵਡਿਆਉਂਦੇ ਪਏ। ਸੋ ਆਓ 136 ਜ਼ਬੂਰ ਦੇਖੀਏ। ਧੰਨਵਾਦੀ ਭਜਨ। ਪ੍ਰਭੂ ਭਲਾ ਹੈ, ਉਸ ਦਾ ਧੰਨਵਾਦ ਕਰੋ। ਉਸ ਦੀ ਦਇਆ ਸਦੀਪਕ ਹੈ। ਸਭ ਦੇਵਤਿਆਂ ਦੇ ਪਰਮੇਸ਼ਵਰ ਦਾ ਧੰਨਵਾਦ ਕਰੋ। ਉਸ ਦੀ ਦਇਆ ਸਦੀਪਕ ਹੈ। ਸਭ ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ। ਉਸ ਦੀ ਦਇਆ ਸਦੀਪਕ ਹੈ। ਉਹ ਕੇਵਲ ਮਹਾਨ ਅਦਭੁਤ ਕੰਮ ਕਰਦਾ ਹੈ। ਉਸ ਦੀ ਦਇਆ ਸਦੀਪਕ ਹੈ। ਉਸਨੇ ਆਪਣੀ ਬੁੱਧੀ ਦੁਆਰਾ ਸਵਰਗ ਬਣਾਇਆ। ਉਸ ਦੀ ਦਇਆ ਸਦੀਪਕ ਹੈ। ਉਸਨੇ ਪਾਣੀਆਂ ਉੱਤੇ ਧਰਤੀ ਬਣਾਈ। ਉਸ ਦੀ ਦਇਆ ਸਦੀਪਕ ਹੈ। ਉਸਨੇ ਸੂਰਜ ਤੇ ਚੰਨ ਬਣਾਏ। ਉਸ ਦੀ ਦਇਆ ਸਦੀਪਕ ਹੈ। ਸੂਰਜ ਨੂੰ ਦਿਨ ਤੇ ਰਾਜ ਕਰਨ ਲਈ ਉਸ ਦੀ ਦਇਆ ਸਦੀਪਕ ਹੈ। ਚੰਨ ਨੂੰ ਰਾਤ ਤੇ ਰਾਜ ਕਰਨ ਲਈ ਉਸ ਦੀ ਦਇਆ ਸਦੀਪਕ ਹੈ। ਉਸਨੇ ਮਿਸਰ ਦੇ ਪਲੋਠੇ ਮਾਰੇ। ਉਸ ਦੀ ਦਇਆ ਸਦੀਪਕ ਹੈ। ਉਹ ਇਜ਼ਰਾਈਲ ਨੂੰ ਮਿਸਰ ਤੋਂ ਬਾਹਰ ਲੈ ਆਇਆ। ਉਸ ਦੀ ਦਇਆ ਸਦੀਪਕ ਹੈ। ਆਪਣੇ ਬਲੀ ਹੱਥ ਅਤੇ ਅੱਗੇ ਵਧੀ ਬਾਂਹ ਦੇ ਨਾਲ ਉਸ ਦੀ ਦਇਆ ਸਦੀਪਕ ਹੈ। ਉਸਨੇ ਲਾਲ ਸਾਗਰ ਨੂੰ 2 ਹਿੱਸਿਆਂ ਵਿੱਚ ਵੰਡਿਆ। ਉਸ ਦੀ ਦਇਆ ਸਦੀਪਕ ਹੈ। ਉਸਨੇ ਆਪਣੇ ਲੋਕਾਂ ਨੂੰ ਉਸ ਦੇ ਵਿੱਚੋਂ ਦੀ ਪਾਰ ਲੰਘਾਇਆ। ਉਸ ਦੀ ਦਇਆ ਸਦੀਪਕ ਹੈ। ਉਸਨੇ ਰਾਜਾ ਫਿਰੌਨ ਅਤੇ ਉਸ ਦੀ ਫੌਜ ਨੂੰ ਉਸ ਵਿੱਚ ਡੁਬੋਇਆ। ਉਸ ਦੀ ਦਇਆ ਸਦੀਪਕ ਹੈ। ਉਸਨੇ ਆਪਣੇ ਲੋਕਾਂ ਦੀ ਉਜਾੜ ਵਿੱਚ ਅਗਵਾਈ ਕੀਤੀ। ਉਸ ਦੀ ਦਇਆ ਸਦੀਪਕ ਹੈ। ਉਸਨੇ ਸ਼ਕਤੀਸ਼ਾਲੀ ਰਾਜਾ ਮਾਰੇ। ਉਸ ਦੀ ਦਇਆ ਸਦੀਪਕ ਹੈ। ਉਸਨੇ ਪ੍ਰਸਿੱਧ ਰਾਜੇ ਮਾਰੇ। ਉਸ ਦੀ ਦਇਆ ਸਦੀਪਕ ਹੈ। ਅਮੋਰੀ ਰਾਜਾ ਸਿਯੋਨ ਨੂੰ ਮਾਰਿਆ। ਉਸ ਦੀ ਦਇਆ ਸਦੀਪਕ ਹੈ। ਬਾਸ਼ਾਨ ਦੇ ਰਾਜਾ ਓਗ ਨੂੰ ਮਾਰਿਆ। ਉਸ ਦੀ ਦਇਆ ਸਦੀਪਕ ਹੈ। ਉਸਨੇ ਉਹਨਾਂ ਦੀ ਧਰਤੀ ਆਪਣੇ ਲੋਕਾਂ ਨੂੰ ਵਿਰਸੇ ਵਿੱਚ ਦਿੱਤੀ। ਉਸ ਦੀ ਦਇਆ ਸਦੀਪਕ ਹੈ। ਉਸਨੇ ਆਪਣੇ ਦਾਸ ਇਜ਼ਰਾਈਲ ਨੂੰ ਇਹ ਵਿਰਸਾ ਦਿੱਤਾ। ਉਸ ਦੀ ਦਇਆ ਸਦੀਪਕ ਹੈ। ਉਸਨੇ ਸਾਨੂੰ ਮਿੱਧੀ ਜਾ ਰਹੀ ਹਾਲਤ ਵਿੱਚ ਯਾਦ ਕੀਤਾ। ਉਸ ਦੀ ਦਇਆ ਸਦੀਪਕ ਹੈ। ਉਸਨੇ ਸਾਨੂੰ ਸਾਡੇ ਵੈਰੀਆਂ ਦੇ ਹੱਥੋਂ ਛਡਾਇਆ। ਉਸ ਦੀ ਦਇਆ ਸਦੀਪਕ ਹੈ। ਉਹ ਸਭ ਪ੍ਰਾਣੀਆਂ ਨੂੰ ਭੋਜਨ ਦਿੰਦਾ ਹੈ। ਉਸ ਦੀ ਦਇਆ ਸਦੀਪਕ ਹੈ। ਸਵਰਗ ਦੇ ਪਰਮੇਸ਼ਵਰ ਦਾ ਧੰਨਵਾਦ ਕਰੋ। ਉਸ ਦੀ ਦਇਆ ਸਦੀਪਕ ਹੈ। ਸੋ ਬੇਸਿਕਲੀ ਇਹ ਸਾਮ ਕੀ ਆ? ਉਹ ਧੰਨਵਾਦੀਆਂ ਆਪਣੀਆਂ ਯਾਦ ਕਰਦੇ ਪਏ, ਸ਼ੁਕਰਗੁਜ਼ਾਰੀਆਂ ਯਾਦ ਕਰਦੇ ਪਏ, ਉਹਨਾਂ ਸਮਿਆਂ ਨੂੰ ਯਾਦ ਕਰਦੇ ਪਏ ਸਾਨੂੰ ਮਿੱਧੀ ਜਾ ਰਹੀ ਹਾਲਤ ਤੋਂ ਪ੍ਰਭੂ ਨੇ ਬਚਾਇਆ। ਉਹ ਪ੍ਰਭੂ ਦੀਆਂ ਕੀਤੇ ਕੰਮਾਂ ਨੂੰ ਨਹੀਂ ਭੁੱਲਦੇ ਪਏ ਔਰ ਪ੍ਰਭੂ ਦੇ ਕੀਤੇ ਕੰਮਾਂ ਨੂੰ ਉਹ ਭੁੱਲਣ ਨਹੀਂ ਦੇ ਰਹੇ ਲੋਕ। ਸਾਡੇ ਪ੍ਰਭੂ ਨੇ ਸਾਰਾ ਕੁਝ ਕੀਤਾ, ਅਸੀਂ ਨਹੀਂ ਕੁਝ ਵੀ ਕੀਤਾ। ਅਸੀਂ ਕੋਈ ਬਹਾਦਰ ਕੌਮ ਨਹੀਂ ਸੀਗੇ। ਔਰ ਦੇਖੋ ਉਤਪਤ ਤੋਂ ਉਹਨਾਂ ਨੇ ਸ਼ੁਰੂ ਕੀਤਾ, ਉਤਪਤ ਤੋਂ ਸ਼ੁਰੂ ਕੀਤਾ ਕਿ ਪ੍ਰਭੂ ਨੇ ਸਭ ਦੇਵਤੇ ਉਹ ਤਾਂ ਉਹਨਾਂ ਦੀ ਸ਼ੁਰੂਆਤ ਹੈ ਨਾ। ਔਰ ਫਿਰ ਉਸ ਤੋਂ ਬਾਅਦ ਉਸਨੇ ਆਪਣੀ ਬੁੱਧੀ ਦੁਆਰਾ ਸਵਰਗ ਬਣਾਇਆ, ਉਸਨੇ ਧਰਤੀ ਬਣਾਈ, ਉਸਨੇ ਸੂਰਜ ਬਣਾਇਆ, ਸੂਰਜ ਨੂੰ ਦਿਨ ਤੇ ਰਾਜ ਕਰਨ ਦੇ ਲਈ, ਚੰਦ ਨੂੰ ਰਾਤ ਤੇ ਰਾਜ ਕਰਨ ਦੇ ਲਈ। ਸੋ ਉਹਨਾਂ ਨੇ ਸਾਨੂੰ ਬੇਸਿਕਲੀ ਜਿਹੜਾ ਪਹਿਲਾ ਚੈਪਟਰ ਬਾਈਬਲ ਦਾ ਉਹ ਯਾਦ ਕਰਾਇਆ ਉਹਨਾਂ ਲੋਕਾਂ ਨੂੰ। ਤੇ ਜੋ ਕੁਝ ਤੁਸੀਂ ਅੱਗੇ ਪਿੱਛੇ ਸੱਜੇ ਖੱਬੇ ਥੱਲੇ ਉੱਪਰ ਦੇਖਦੇ ਪਏ ਆ,
ਇਹ ਪ੍ਰਭੂ ਨੇ ਸਾਰਾ ਕੁਝ ਸਾਨੂੰ ਬਣਾ ਕੇ ਦਿੱਤਾ, ਸਭ ਕੌਮਾਂ ਨੂੰ ਦਿੱਤਾ। ਸੋ ਇਸ ਕਰਕੇ ਉਹ ਕਹਿੰਦਾ ਸਭ ਦੇਵਤਿਆਂ ਦੇ ਦਾ ਉਹ ਪਰਮੇਸ਼ਵਰ, ਸਭ ਰਾਜਿਆਂ ਦਾ ਪਰਮੇਸ਼ਵਰ ਉਹ, ਉਸਦੇ ਨਾਮ ਨੂੰ ਕਰੋ, ਉਸ ਦੀ ਦਇਆ ਸਦੀਪਕ। ਉਸ ਤੋਂ ਬਾਅਦ ਅਗਰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ ਤੇ ਉਹਨਾਂ ਨੇ ਆਪਣੀਆਂ ਸ਼ੁਕਰਗੁਜ਼ਾਰੀਆਂ ਯਾਦ ਕੀਤੀਆਂ। 9 ਵਾਰੀ ਪ੍ਰਭੂ ਨੇ ਬੜਾਵਾਂ ਘੱਲੀਆਂ, 9 ਵਾਰੀ ਮਿਸਰ ਦੇ ਰਾਜੇ ਨੇ ਕਹਿਤਾ ਮੈਂ ਨਹੀਂ ਇਹਨਾਂ ਨੂੰ ਜਾਣ ਦੇਣਾ, ਸਾਡੀਆਂ ਜਨਾਨੀਆਂ ਨੂੰ ਤਾਂ ਰੋਟੀ ਬਣਾਉਣੀ ਨਹੀਂ ਆਉਂਦੀ, ਜੇ ਇਹਨਾਂ ਨੂੰ ਇੱਥੋਂ ਘੱਲ ਦਿੱਤਾ ਤੇ ਇਹ ਤੇ ਸਾਡੀ ਸੇਵਾ ਕੌਣ ਕਰੂਗਾ? ਸਾਨੂੰ ਤਾਂ ਫ੍ਰੀ ਦੇ ਗੁਲਾਮ ਮਿਲੇ ਹੋਏ, ਮੈਂ ਨਹੀਂ ਜਾਣ ਦੇਣਾ। ਆਖਿਰ ਦੇ ਵਿੱਚ ਵੇ ਪਰਮੇਸ਼ਰ ਨੇ ਕਿਹਾ ਕਿ ਹੁਣ ਬਹੁਤ ਹੋ ਗਿਆ, ਹੁਣ ਬਹੁਤ ਹੋ ਗਿਆ। ਤੂੰ ਇਹ ਮੰਨਦਾ ਨਾ ਕਿ ਜਿਹੜਾ ਰਾਹ ਆ ਤੇਰਾ ਦੇਵਤਾ ਉਹ ਜੀਵਨ ਦਾ ਦੇਵਤਾ ਹੈ, ਜ਼ਿੰਦਗੀ ਦਿੰਦਾ। ਇਸ ਕਰਕੇ ਜਦੋਂ ਵੀ ਅਸੀਂ ਕੋਈ ਇਜਿਪਸ਼ੀਅਨ ਮੂਵੀ ਜਾਂ ਇਜਿਪਸ਼ੀਅਨ ਡਾਕੂਮੈਂਟਰੀ ਦੇਖਦੇ ਹਾਂ ਨਾ, ਪਿਰਾਮਿਡਸ ਵਗੈਰਾ ਦੇਖਦੇ ਹਾਂ, ਤਾਂ ਉੱਥੇ ਇੱਕ ਇੱਧਰ ਲੀਕ ਜੀ ਵਗੀ ਹੁੰਦੀ ਹੈ ਤੇ ਉਹਦੇ ਥੱਲੇ ਅੱਖ ਹੁੰਦੀ ਹੈ। ਸੋ ਉਹ ਆਇਆ ਪਰ ਰਾਹ ਕਿ ਰਾਹ ਜਿਹੜਾ ਸਾਡਾ ਦੇਵਤਾ ਉਹਨੇ ਸਾਡੇ ਉੱਤੇ ਪੂਰੀ ਤਰ੍ਹਾਂ ਸਾਡੇ ਉੱਤੇ ਅੱਖ ਰੱਖੀ ਔਰ ਸਾਡੀ ਜ਼ਿੰਦਗੀ ਨੂੰ ਬਚਾ ਕੇ ਰੱਖਦਾ। ਉਸਨੇ ਕਿਹਾ ਠੀਕ ਹੈ, ਤੁਸੀਂ ਰਾਹ ਦੀ ਪੂਜਾ ਕਰੋ। उसने फिर वो बड़ा कर ली, जिसलिए फिर राजे ने देख लिया कि नहीं ये काम खराब है, ये काम खराब है। साडे सारे जिहड़े बड़े 10 देवते सी सब हर गए, सानू ने साडा बचा नहीं कर सकी। तो फिर उसने कहा कि नहीं इन्हां दा देवता महान है, इन्हां नूं जा लैण दे, इन्हां नूं जा लैण दे। लेकिन फिर उसके मन दे विच बुराई आ गई, उसने उसके पिछे फौज कर ली। प्रभु ने समुद्र लाल सागर ਨੂੰ ਖੋਲ ਕੇ ਆਪਣੇ ਲੋਕਾਂ ਨੂੰ ਬਚਾ ਕੇ ਉੱਥੋਂ ਦੀ ਲੈ ਗਿਆ ਔਰ ਉਹ ਲਾਲ ਸਾਗਰ ਦੇ ਵਿੱਚ ਪਿੱਛੇ ਆਏ, ਸਾਗਰ ਬੰਦ ਹੋ ਗਿਆ, ਉਹ ਮਰ ਗਏ, ਪਾਣੀ ਚ ਮਰ ਗਏ। ਉਸ ਚੀਜ਼ ਦੀ ਖੁਸ਼ੀ ਮਨਾਉਂਦੇ ਕਿ ਨਾ ਸਾਡੇ ਕੋਲ ਤੀਰ ਸੀ ਨਾ ਤਲਵਾਰ ਸੀ, ਸਾਡੇ ਪ੍ਰਭੂ ਨੇ ਸਾਨੂੰ ਬਚਾਇਆ। ਅੱਗੇ ਜਾ ਕੇ ਰਾਜਾ ਓਗ ਵਰਗੇ ਔਰ ਦੂਸਰੇ ਜਿਹੜੇ ਰਾਜੇ ਸੀਗੇ ਉਹ ਰਸਤੇ ਦੇ ਵਿੱਚ ਆ ਕੇ ਖੜੇ ਹੋ ਗਏ ਤਾਂ ਪ੍ਰਭੂ ਨੇ ਉਹਨਾਂ ਨੂੰ ਹਰਾਇਆ ਔਰ ਆਪਣੇ ਲੋਕਾਂ ਦੀ ਜਾਨ ਬਚਾਈ। ਉਹ ਸਾਰੀਆਂ ਚੀਜ਼ਾਂ ਦੀਆਂ ਸ਼ੁਕਰਗੁਜ਼ਾਰੀਆਂ, ਇਹ ਮੂਸਾ ਦਾ ਭਜਨ, ਇਹ ਮੂਸਾ ਦਾ ਭਜਨ। ਸੋ ਮੂਸਾ ਦੇ ਭਜਨ ਦੇ ਨਾਲ ਉਹ ਇਸ ਵੇਲੇ ਲੋਕਾਂ ਨੂੰ ਬਰਕਤ ਦੇ ਰਹੇ ਔਰ ਪ੍ਰਭੂ ਨੂੰ ਯਾਦ ਕਰ ਰਹੇ। ਇਹ ਸਾਰੀਆਂ ਚੀਜ਼ਾਂ ਇਸ ਵੇਲੇ ਜਰੂਸਲਮ ਦੇ ਵਿੱਚ ਵਾਪਰ ਰਹੀਆਂ। ਪ੍ਰਭੂ ਰਹਿਮ ਕਰੇ ਕਿ ਸਾਡਾ ਇਹ ਮੰਦਿਰ ਵੀ ਇਸੇ ਤਰ੍ਹਾਂ ਗੂੰਜਦਾ ਰਹੇ ਪ੍ਰਭੂ ਦੇ ਲਈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸਦੇ ਭਜਨਾਂ ਦੇ ਨਾਲ ਇਹ ਆਪਣੇ ਮਨ ਨੂੰ ਸਿੰਜਦਾ ਰਹੇ। ਬਾਕੀ ਤਾਂ ਜ਼ਿੰਦਗੀ ਇਹ ਤਾਂ ਚੱਲਦੀ ਰਹਿਣੀ ਹੈ, ਪਰ ਉਹਦੀ ਹਜ਼ੂਰੀ ਦੇ ਵਿੱਚ ਅਸੀਂ ਮਾਲਾ ਮਾਲ ਰਹੀਏ। ਆਓ ਦੁਆ ਕਰੀਏ, ਕੱਲ ਨੂੰ ਮਿਲਾਂਗੇ ਔਰ ਕੱਲ ਨੂੰ ਹੁਣ ਅਸੀਂ ਅੱਗੇ ਵਧਾਂਗੇ ਔਰ ਦੇਖਾਂਗੇ ਕਿ ਹੋਰ ਕੀ ਉੱਥੇ ਹੋ ਰਿਹਾ ਜਿਸ ਲਈ ਮੰਦਿਰ ਬਣਦਾ ਪਿਆ, ਮੰਦਿਰ ਬਣ ਚੁੱਕਾ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ ਅੱਜ ਦੇ ਇਸ ਪਵਿੱਤਰ ਦਿਨ ਦੇ ਲਈ, ਤੇਰੇ ਪਵਿੱਤਰ ਵਚਨ ਦੇ ਲਈ, ਜੋ ਪ੍ਰਭੂ ਜੀ ਸੱਚਮੁੱਚ ਸਾਡੀ ਆਤਮਾ ਦਾ ਖਾਜਾ ਹੈ, ਸੱਚਮੁੱਚ ਸਾਡੀ ਜ਼ਿੰਦਗੀ ਨੂੰ, ਸਾਡੇ ਇਸ ਤਨ ਨੂੰ ਰਸਤਾ ਦਿਖਾਉਣ ਵਾਲਾ ਇੱਕ ਦੀਪਕ। ਔਰ ਪ੍ਰਭੂ ਜੀ ਸੱਚਮੁੱਚ ਸਾਡੇ ਮਨ ਨੂੰ ਬੁਰਾਈ ਤੋਂ ਦੂਰ ਲੈ ਕੇ ਜਾਣ ਵਾਲਾ ਇੱਕ ਹਥਿਆਰ। ਪਿਆਰੇ ਪ੍ਰਭੂ ਇਸ ਦੇ ਲਈ ਅਸੀਂ ਤੇਰਾ ਬਹੁਤ ਸ਼ੁਕਰ ਕਰਦੇ। ਇਹ ਉਹ ਪ੍ਰਭੂ ਜੀ ਤੇਰਾ ਮਹਾਨ ਵਿਰਸਾ ਆ ਜੋ ਸਾਨੂੰ ਪ੍ਰਭੂ ਜੀ ਤੇਰੇ ਵਿੱਚ ਤਾਕਤ ਔਰ ਤਰਾਵਟ ਦਿੰਦਾ। ਪਿਆਰੇ ਪ੍ਰਭੂ ਕੱਲ ਤੱਕ ਜਦ ਤੱਕ ਅਸੀਂ ਦੁਆਰਾ ਮਿਲੀਏ, ਤੇਰੀ ਰਾਖੀ, ਤੇਰਾ ਰਹਿਮ, ਤੇਰੀ ਕੁਦਰਤ, ਤੇਰਾ ਪਿਆਰ ਸਾਡੇ ਸਭ ਦੇ ਨਾਲ ਬਣਿਆ ਰਹੇ। ਇਸ ਵਕਤ ਨੂੰ ਅਸੀਂ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਦਿੰਦੇ ਹਾਂ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਇਹ ਸਭ ਕੁਝ ਮੰਗਦੇ ਹਾਂ। ਸਾਰੇ ਭੈਣ ਭਰਾ ਕਹਿਣ ਆਮੀਨ। ਬਲੈਸ ਯੂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਔਰ ਕੱਲ ਨੂੰ ਅਸੀਂ ਸੋਲੋਮਨ ਦੇ ਮੰਦਿਰ ਦੇ ਬਾਰੇ
ਜੋ ਬਣ ਚੁੱਕਾ ਉਸ ਦੇ ਬਾਰੇ ਹੋਰ ਚੀਜ਼ਾਂ ਦੇਖਾਂਗੇ ਕਿ ਪ੍ਰਭੂ ਉੱਥੇ ਹੋਰ ਕੀ ਕਰਦਾ ਪਿਆ ਔਰ ਕਿਸ ਤਰ੍ਹਾਂ ਲੋਕਾਂ ਨੂੰ ਬਰਕਤ ਉੱਥੇ ਮਿਲਦੀ ਪਈ। ਪ੍ਰਭੂ ਦੀ ਹਜ਼ੂਰੀ ਤੁਹਾਡੇ ਸਭ ਦੇ ਨਾਲ, ਉਸਦਾ ਪਿਆਰ ਦੇ ਵਿੱਚ ਬਣੇ ਰਹੋ ਔਰ ਉਸਦੀ ਕੁਦਰਤ ਦੇ ਵਿੱਚ।